ਅਗਰ ਇਹ ਲੋਕ ਦਿਲੋਂ ਸੱਚੀ ਸ਼ਰਧਾ ਦੇ ਨਾਲ ਕਿਸਾਨਾਂ ਦਾ ਭਲਾ ਚਾਹੁੰਦੇ ਸੀ ਤਾਂ ਇਹਨਾਂ ਨੂੰ ਇੱਕੋ ਇੱਕ ਗੱਲ ਕਰਨੀ ਚਾਹੀਦੀ ਸੀ, ਕਿਸਾਨ ਦੀ ਆਏ ਦੁਗਣੀ ਕਰਨ ਦੀ ਗੱਲ ਕਰਨੀ ਚਾਹੀਦੀ ਸੀ। ਇਹਨਾਂ ਨੂੰ ਚਾਹੀਦਾ ਸੀਗਾ ਗੱਲ ਕਰਦੇ ਵੀ ਪੰਜਾਬ ਨੂੰ ਵੀ ਰਾਜਸਥਾਨ ਦੀ ਤਰਜ਼ ਦੇ ਉੱਤੇ ਅਫੀਮ ਦੀ ਖੇਤੀ ਕਰਨ ਦੀ ਅਨੁਮਤੀ ਮਿਲਣੀ ਚਾਹੀਦੀ। ਸਿਰਫ ਇੱਕੋ ਇੱਕ ਗੱਲ ਕੀਤੀ, ਅਸੀਂ ਮੋਦੀ ਢਾਣਾ, ਅਸੀਂ ਦਿੱਲੀ ਢਾਣੀ, ਅਸੀਂ ਇੰਦਰਾ ਮਾਰਤੀ, ਅਸੀਂ ਮੋਦੀ ਮਾਰਨਾ। ਹਰ ਵਕਤ ਇੱਕੋ ਗੱਲ ਹੁੰਦੀ ਹੈ ਵੀ ਕਿਸਾਨਾਂ ਦੀ ਜਿਹੜਾ ਕਿਸਾਨ ਮਰਿਆ ਕਰਜ਼ ਦੇ ਹੇਠ ਆ ਗਏ, ਉਹਨੇ ਆਤਮ ਹੱਤਿਆ ਕਰ ਲਈ, ਸੁਸਾਈਡ ਕਰ ਲਈ। ਹਰ ਵਿਅਕਤੀ ਚਾਹੇਗਾ ਵੀ ਕਿਸਾਨਾਂ ਦੀ ਆਏ ਦੁਗਣੀ ਹੋਣੀ ਚਾਹੀਦੀ ਹੈ। ਮੈਂ ਤਾਂ ਸਾਫ਼ ਕਹਾਂਗਾ ਵੀ ਜਿਹੜਾ ਵੀ ਕਿਸਾਨ ਅੰਦੋਲਨ ਨੂੰ ਲੀਡ ਕਰ ਰਹੇ ਨੇ, ਜਿਹੜੇ ਕਾਮਰੇਡ ਨੂੰ ਲੀਡ ਕਰ ਰਹੇ ਨੇ, ਬਿਲਕੁਲ ਮੂਰਖਪੁਰ ਦਾ ਕੰਮ ਕਰ ਰਹੇ ਨੇ। ਇੱਕ ਗੱਲ ਕਰਦੇ ਸਿੱਧੀ ਠੋਕ ਕੇ ਜਿੱਡਾ ਵੱਡਾ ਅੰਦੋਲਨ ਕੀਤਾ, ਅਗਰ ਉਸ ਗੱਲ ਨੂੰ ਲੈ ਕੇ ਅੰਦੋਲਨ ਕੀਤਾ ਜਾਂਦਾ ਵੀ ਰਾਜਸਥਾਨ ਦੀ ਤਰਜ਼ ਦੇ ਉੱਤੇ ਪੰਜਾਬ ਦੇ ਕਿਸਾਨਾਂ ਨੂੰ ਅਫੀਮ ਦੀ ਖੇਤੀ ਕਰਨ ਦੀ ਅਨੁਮਤੀ ਮਿਲੇ। ਰਾਜੀਵ ਜੀ, ਤੁਸੀਂ ਗੱਲ ਕਰਦੇ ਹੋ ਅਫੀਮ ਦੀ ਖੇਤੀ ਦੀ। 4 ਸਾਲ ਪਹਿਲਾਂ ਜਦੋਂ ਪੰਜਾਬ ਸਰਕਾਰ ਕਾਂਗਰਸ ਦੀ ਬਣੀ ਸੀਗੀ, ਉਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਗ੍ਰੰਥ ਗੁਟਕਾ ਸਾਹਿਬ ਜਿਹੜਾ ਹੱਥੇ ਫੜ ਕੇ ਕਸਮ ਖਾਦੀ ਸੀਗੀ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਕੀਤਾ ਜਾਏਗਾ। ਤੁਸੀਂ ਦੁਬਾਰਾ ਨਸ਼ਾ ਲਿਆਉਣ ਦੀ ਗੱਲ ਕਰਦੇ ਹੋ ਪੰਜਾਬ ਦੇ ਵਿੱਚ। ਮੈਂ ਤੁਹਾਨੂੰ ਫਿਰ ਇੱਕ ਗੱਲ ਕਲੀਅਰ ਕਹਿ ਰਿਹਾ, ਮੈਂ ਅਫੀਮ ਨੂੰ ਨਸ਼ਾ ਨਹੀਂ ਮੰਨਦਾ। ਤੁਸੀਂ ਕਿੱਦਾਂ ਕਹਿੰਦੇ ਹੋ ਕਿ ਉਹ ਨਸ਼ਾ ਨਹੀਂ ਹੈ? 40 ਸਾਲ ਤੋਂ ਉੱਪਰ ਜਿਹੜੇ ਲੋਕ ਨੇ, ਜ਼ਿਆਦਾਤਰ ਲੋਕ ਨੇ, ਡਾਕਟਰ ਵੀ ਕਹਿੰਦੇ ਕਦੀ ਕਦੀ ਤੁਸੀਂ ਅਫੀਮ ਦਾ ਸੇਵਨ ਲੋਕਾਂ ਨੂੰ ਕਰਨਾ ਚਾਹੀਦਾ। ਡਾਕਟਰ ਤੇ ਵੀ ਕਹਿੰਦੇ ਆ ਜਦੋਂ ਕਿਸੇ ਦਾ ਬਲੱਡ ਗੜਾ ਹੋਵੇ ਉਹਨੂੰ ਵੀ ਅਫੀਮ ਦਾ ਸੇਵਨ ਕਰਨਾ ਚਾਹੀਦਾ। ਪੈਰਾਲਾਈਜ਼ ਦਾ ਜੋ ਅਟੈਕ ਹੁੰਦਾ, ਡਾਕਟਰ ਉਦੋਂ ਵੀ ਸਲਾਹ ਦਿੰਦੇ ਆ ਵੀ ਡਾਕਟਰ ਉਹ ਮਰੀਜ਼, ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰ ਦੇਣਾ ਚਾਹੁੰਦਾ, ਐਸਾ ਕਿਹੜਾ ਡਾਕਟਰ ਹੈ ਜਿਹੜਾ ਸਰੇਆਮ ਉੱਠ ਕੇ ਕਹਿੰਦਾ ਕਿ ਅਫੀਮ ਦਾ ਸੇਵਨ ਕਰ ਦਿੱਤਾ ਜਾਵੇ? ਚਾਹੇ ਉਹ ਕਿਸੇ ਵੀ ਵੱਡੇ ਹਸਪੀਟਲ ਦੇ ਵਿੱਚ ਤੁਸੀਂ ਚਲੇ ਜਾਓ, ਕਿਹੜਾ ਡਾਕਟਰ ਕਹਿੰਦਾ? ਅਗਰ ਤੁਸੀਂ ਲਕਵੇ ਦੀ ਗੱਲ ਕਰਦੇ ਹੋ, ਪੈਰਾਲਾਈਜ਼ ਦਾ ਅਟੈਕ ਆ ਜਾਂਦਾ ਕਿਸੇ ਬੰਦੇ ਨੂੰ, ਤੁਸੀਂ ਮੈਨੂੰ ਦੱਸ ਦਿਓ ਕਿਹੜਾ ਡਾਕਟਰ ਕਹਿੰਦਾ ਕਿ ਅਫੀਮ ਦੀ ਤੁਸੀਂ ਗੋਲੀ ਦੇ ਦਿਓ ਉਹਨਾਂ ਨੂੰ, ਉਹ ਠੀਕ ਹੋ ਜਾਏਗਾ ਬੰਦਾ? ਤੁਸੀਂ ਐਂ ਕਰੋ, ਹੁਣ ਕੈਮਰਾ ਨਾਲ ਗੱਲ ਕਰੋ, ਤੁਸੀਂ ਕੈਮਰਾ ਆਫ ਕਰਕੇ ਨਾ ਕਿਸੇ ਡਾਕਟਰ ਨੂੰ ਜਾ ਕੇ ਗੱਲ ਤਾਂ ਕਰੋ। ਤੁਸੀਂ ਕੈਮਰੇ ਦੇ ਸਾਹਮਣੇ ਗੱਲ ਕਰ ਰਹੇ ਹੋ ਕਿ ਨਸ਼ਾ ਨਹੀਂ ਹੈ, ਤੁਸੀਂ ਉਹਨਾਂ ਨੂੰ ਤੁਸੀਂ ਕਹਿੰਦੇ, ਤੁਸੀਂ ਦੱਸ ਦਿਓ ਕਿਹੜਾ ਡਾਕਟਰ ਲਿਖ ਕੇ ਦਿੰਦਾ ਕਿ ਅਫੀਮ 40 ਸਾਲ ਤੋਂ ਬਾਅਦ ਖਾ ਲੈਣੀ ਚਾਹੀਦੀ ਹੈ? ਡਾਕਟਰ ਲਿਖ ਕੇ ਦਿੰਦੇ, ਉਹ ਕੈਮਰਾ ਦੀ ਗੱਲ ਤਾਂ ਕਰੋ ਜਾ ਕੇ ਡਾਕਟਰਾਂ ਨਾਲ। ਪੱਤਰਕਾਰ ਸਾਹਿਬ, ਮੈਂ ਤਾਂ ਠੋਕ ਕੇ ਕਿੰਨਾ ਫੇਰ ਕਹਿ ਰਿਹਾ ਵੀ ਪੰਜਾਬ ਦੇ ਕਿਸਾਨਾਂ ਨੂੰ ਰਾਜਸਥਾਨ ਦੀ ਤਰਜ਼ ਦੇ ਉੱਤੇ ਅਫੀਮ ਦੀ ਖੇਤੀ ਕਰਨ ਦੀ ਪਰਮਿਸ਼ਨ ਮਿਲਣੀ ਚਾਹੀਦੀ ਹੈ। ਮੈਂ ਅਫੀਮ ਨੂੰ ਨਸ਼ਾ ਨਹੀਂ ਮੰਨਦਾ। ਤੁਸੀਂ ਨਹੀਂ ਮੰਨਦੇ, ਮੈਂ ਕੀ ਅਸੀਂ ਤੁਹਾਡੀ ਤੁਸੀਂ ਆਪਣੀ ਗੱਲ ਕਰਦੇ ਹੋ। ਸੁਣੋ, ਮੈਂ ਕੀ 50% ਲੋਕ ਅਫੀਮ ਨੂੰ ਨਸ਼ਾ ਨਹੀਂ ਮੰਨਦੇ ਹੋਣੇ। ਤੁਸੀਂ ਕਹਿ ਰਹੇ ਹੋ ਕਿ ਮੈਂ ਅਫੀਮ ਨੂੰ ਨਸ਼ਾ ਨਹੀਂ ਮੰਨਦਾ, ਫਿਰ ਪੁਲਿਸ ਉਸ ਮਾਮਲੇ ਦੇ ਉੱਤੇ ਪਰਚਾ ਕਿਉਂ ਦਰਜ ਕਰਦੀ ਹੈ? ਅਗਰ 5 ਗ੍ਰਾਮ ਅਫੀਮ ਵੀ ਕਿਸੇ ਬੰਦੇ ਤੋਂ ਬਰਾਮਦ ਹੋ ਜਾਂਦੀ ਹੈ ਤੇ ਪੁਲਿਸ NDPS ਐਕਟ ਦਾ ਮਾਮਲਾ ਦਰਜ ਕਰਦੀ ਹੈ, ਜਿਹਦਾ ਕੋਰਟ ਦੇ ਵਿੱਚ ਘੱਟੋ ਘੱਟ 3 ਮਹੀਨੇ ਜ਼ਮਾਨਤ ਨਹੀਂ ਹੈਗੀ। ਅਸੀਂ ਗੱਲ ਕੀ ਕਰ ਰਹੇ ਹਾਂ ਵੀ ਰਾਜਸਥਾਨ ਦੇ ਵਿੱਚ ਅਫੀਮ ਦੀ ਖੇਤੀ ਹੁੰਦੀ ਹੈ, ਟਰੈਕਟ ਫਾਰਮਿੰਗ ਦੇ ਤਹਿਤ ਉੱਥੇ ਅਫੀਮ ਦੀ ਖੇਤੀ ਕੀਤੀ ਜਾਂਦੀ ਹੈ। ਕਹਿ ਰਹੇ ਹੋ ਰਾਜਸਥਾਨ ਦੇ ਪੰਜਾਬ ਵਿੱਚ ਵੀ ਖੇਤੀ ਅਫੀਮ ਦੀ ਖੇਤੀ। ਤੁਸੀਂ ਗੱਲ ਕਰਦੇ ਹੋ ਰਾਜਸਥਾਨ ਦੇ ਵਿੱਚ ਅਫੀਮ ਦੀ ਖੇਤੀ ਹੁੰਦੀ ਹੈ ਤੇ ਉਹਨਾਂ ਦੀ ਕਿਸਾਨਾਂ ਦੀ ਆਏ ਦੁੱਗਣੀ ਹੈ, ਉੱਥੇ ਕੀ ਅੱਜ ਵੀ ਕਿਸਾਨ ਆਤਮ ਹੱਤਿਆ ਨਹੀਂ ਕਰ ਰਿਹਾ? ਰਾਜਸਥਾਨ ਦੇ ਵਿੱਚ ਅੱਜ ਵੀ ਕਿਸਾਨ ਆਤਮ ਹੱਤਿਆ ਕਰ ਰਿਹਾ, ਅਗਰ ਤੁਹਾਡੀ ਨੌਲੇਜ ਦੇ ਵਿੱਚ ਹੋਵੇ। ਤੇ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਸਿਰਫ ਅਫੀਮ ਦੀ ਖੇਤੀ ਕਰਕੇ ਪੰਜਾਬ ਦੇ ਕਿਸਾਨ ਆਪਣੀ ਆਏ ਦੁੱਗਣੀ ਕਰ ਸਕਦੇ ਆ। ਅਫੀਮ ਦੀ ਲਾਗਤ ਪਤਾ ਤੁਹਾਨੂੰ ਕਿੱਥੇ ਕਿੱਥੇ, ਉਹਦੀ ਡਿਮਾਂਡ ਕਿਹੜੇ ਕਿਹੜੇ ਦੇਸ਼ਾਂ 'ਚ ਹੈ? ਅਮਰੀਕਾ ਉਹਨੂੰ ਮੰਗਦਾ, ਕੈਨੇਡਾ ਉਹਨੂੰ ਮੰਗਦਾ, ਜਿੰਨੀਆਂ ਮਰਜ਼ੀ ਵਿਦੇਸ਼ੀ ਕੰਟਰੀ ਦਾ। ਸਿਰਫ ਮੈਡੀਸਿਨ ਕੰਪਨੀਆਂ ਮੰਗਦੀਆਂ, ਮੈਡੀਸਿਨ ਕੰਪਨੀਆਂ। ਮੈਂ ਪਹਿਲਾਂ ਮੇਰੀ ਗੱਲ ਤਾਂ ਸੁਣ ਲਓ, ਮੈਂ ਵੀ ਕੀ ਕਹਿ ਰਿਹਾ ਫਿਰ। ਮੈਂ ਕੀ ਕਹਿ ਰਿਹਾ, ਅਗਰ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਊਗੀ, ਅਗਰ ਉਹਨੂੰ ਬਾਹਰ ਵਿਦੇਸ਼ਾਂ ਵਿੱਚ ਵੇਚਿਆ ਜਾਊਗਾ ਤਾਂ ਸਾਡਾ ਕਿਸਾਨ ਅਮੀਰ ਹੋਏਗਾ। ਰਾਜਸਥਾਨ ਦਾ ਕਿਸਾਨ ਫਿਰ ਆਤਮ ਹੱਤਿਆ ਕਿਉਂ ਕਰ ਰਿਹਾ? ਉਹ ਅਮੀਰ ਕਿਉਂ ਨਹੀਂ ਹੋ ਰਿਹਾ? ਤੁਸੀਂ ਕਿਸ ਮੁੱਦੇ ਦੇ ਉੱਤੇ ਕਹਿੰਦੇ ਹੋ ਕਿ ਕਿਸਾਨ ਦੀ ਆਏ ਨੂੰ ਡਬਲ ਕੀਤਾ ਜਾ ਸਕਦਾ ਹੈ ਅਫੀਮ ਦੀ ਖੇਤੀ ਕਰਕੇ? ਮੈਂ ਬਿਲਕੁਲ ਬਹਿਸ, ਆਪਾਂ ਜ਼ਿਆਦਾ ਨਾ ਬੈਸਿਕ ਗੱਲ ਕਰੀਏ। ਤੁਸੀਂ ਗੱਲ ਕਰਦੇ ਹੋ ਕਿ ਫੋਰਨ ਕੰਟਰੀਆਂ ਅਫੀਮ ਦੀ ਜਿਹੜੀ ਡਿਮਾਂਡ ਹੈ ਉਹ ਮੰਗ ਰਹੀਆਂ, ਅਫੀਮ ਮੰਗ ਰਹੀਆਂ, ਉਹ ਸਿਰਫ ਭਾਰਤ ਦੇਸ਼ ਤੋਂ ਹੀ ਮੰਗ ਰਹੀਆਂ। ਪੰਜਾਬ ਦੀ ਧਰਤੀ ਤੇ ਜੋ ਉਤਪਾਦਨ ਅੱਛਾ ਹੋ ਸਕਦਾ, ਮੈਂ ਤਾਂ ਉਹਦੀ ਗੱਲ ਕਰਾਂਗਾ ਨਾ। ਅਫੀਮ ਹੀ ਅੱਛੀ ਹੋ ਸਕਦੀ ਹੈ ਜੀ, ਫਲਾਵਰ ਵੀ ਹੈਗੇ ਨੇ। ਫਲਾਵਰ ਵੀ ਹੈ, ਫਲਾਵਰ ਜਾਂਦੇ ਜਾਂਦੇ ਖਰਾਬ ਹੋ ਜਾਂਦੇ, ਅਫੀਮ ਜਾ ਕੇ ਖਰਾਬ ਨਹੀਂ ਹੋਣੀ ਉੱਥੇ ਪਹੁੰਚ ਕੇ। ਇਹ ਕੋਈ ਚਿੱਟਾ ਨਹੀਂ, ਇਹ ਕੋਈ ਹੈਰੋਇਨ ਨਹੀਂ ਹੈ ਜਿਹਨੂੰ ਖਾ ਕੇ ਲੋਕ ਮਰ ਜਾਣੇ ਆ। ਜਿਹੜਾ ਚਿੱਟਾ ਵਿਕਦਾ ਜਾਂ ਹੈਰੋਇਨ ਵਿਕਦੀ, ਸਿੰਥੈਟਿਕ ਡਰੱਗਸ ਵਿਕਦਾ,
ਉਹਦੇ ਨਾਲ ਲੋਕ ਮਰਦੇ ਨੇ। ਉਹਨੂੰ ਖਾ ਕੇ ਕੀ ਹੁੰਦਾ, ਲੋਕ ਗੁੰਡਾਗਰਦੀ ਕਰਦੇ ਨੇ, ਬਦਮਾਸ਼ੀ ਕਿਉਂ ਕਰਦੇ ਨੇ, ਕਤਲੇਆਮ ਕਰਦੇ ਨੇ। ਕਦੀ ਤੁਸੀਂ ਸੁਣਿਆ ਅਫੀਮ ਦਾ ਸੇਵਨ ਕਰਕੇ ਕਿਸੇ ਬੰਦੇ ਨੇ ਮਰਡਰ ਕਰ ਦਿੱਤੀ ਹੋਣ? ਪਰ ਅਫੀਮ ਦੇ ਸੇਵਨ ਨਾਲ ਕਦੀ ਤੁਸੀਂ ਸੁਣਿਆ ਕਿ ਬੰਦੇ ਨੇ ਪਹਿਲਾਂ ਮੇਰਾ ਵਿਕਾਸ ਜੀ, ਪਹਿਲਾਂ ਮੇਰਾ ਸਵਾਲ ਪੂਰਾ ਹੋਣ ਦਿਓ। ਮਰ ਗਿਆ ਹੋਵੇ ਤੇ ਅਫੀਮ ਦਾ ਵੀ ਅਗਰ ਬੰਦਾ ਆਦੀ ਹੋ ਜਾਵੇ ਤੇ ਉਹ ਵੀ ਜ਼ਰੂਰੀ ਹੈ ਕਿ ਅਫੀਮ ਨਹੀਂ ਛੱਡ ਸਕਦਾ ਬੰਦਾ, ਉਹ ਵੀ ਨਸ਼ੇ ਦਾ ਆਦੀ ਹੋ ਜਾਂਦਾ ਕਿਤੇ ਨਾ ਕਿਤੇ। ਪੰਜਾਬ ਦੇ ਵਿੱਚ ਜਿੰਨੇ ਵੀ ਪੋਲੀਟੀਕਲ ਪਾਰਟੀਆਂ ਨੇ, ਛੋਟੇ ਤੋਂ ਵੱਡੇ ਤੋਂ ਲੈ ਕੇ 50% ਤੋਂ ਲੋਕ, ਜ਼ਿਆਦਾਤਰ ਲੋਕ ਸੇਵਨ ਕਰਦੇ ਹੋਣੇ ਹਨ। ਮੈਂ ਫਿਰ ਕਹਿ ਰਿਹਾ, ਅਫੀਮ ਖਾਨ ਦਾ ਜ਼ਿਆਦਾਤਰ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਆ। ਉਹਦੇ ਨਾਲ ਕੋਈ ਬੰਦਾ ਦਾ ਦਿਮਾਗ ਤੇਜ਼ ਨਹੀਂ ਹੁੰਦਾ, ਕੋਈ ਮਰਡਰ ਨਹੀਂ ਕਰ ਜਾਂਦਾ, ਕੋਈ ਅਫੀਮ ਖਾ ਕੇ ਕੋਈ ਬੰਦਾ ਮਰ ਨਹੀਂ ਜਾਂਦਾ। 2000 ਜਦੋਂ 17 ਦੇ ਵਿੱਚ ਕੈਪਟਨ ਸਰਕਾਰ ਆਈ ਸੀ, ਅਫੀਮ ਨਸ਼ੇ ਦੇ ਮੁੱਦੇ ਦੇ ਉੱਤੇ ਆਈ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਕੀਤਾ ਜਾਏਗਾ। 8 ਮਹੀਨੇ ਬਾਅਦ ਫਿਰ ਪੰਜਾਬ ਦੇ ਵਿੱਚ ਇਲੈਕਸ਼ਨ ਹੈ, ਫਿਰ ਤੁਸੀਂ ਔਰ ਜਿਵੇਂ ਨਸ਼ਾ ਬੰਦ ਹੋ ਗਿਆ, ਹਰ ਰਾਜਨੀਤਿਕ ਪਾਰਟੀ ਫਿਰ ਨਸ਼ੇ ਦੇ ਮੁੱਦੇ ਨੂੰ ਛੇੜਦੇ ਪੈ ਗਈ। 4 ਸਾਲ ਨਸ਼ਾ ਕਿਉਂ ਨਹੀਂ ਯਾਦ ਆਇਆ ਤੁਹਾਨੂੰ? ਤੁਸੀਂ ਵੀ ਪਿਛਲੇ 2 ਮਹੀਨੇ ਤੋਂ ਨਸ਼ੇ ਦੀ ਗੱਲ ਕਰ ਰਹੇ ਹੋ, ਪਹਿਲੇ ਕਿਉਂ ਨਹੀਂ ਯਾਦ ਆਇਆ ਤੁਹਾਨੂੰ? ਤੁਸੀਂ ਨਸ਼ੇ ਦੀ ਗੱਲ ਕਰ ਰਹੇ ਹੋ, ਮੈਂ ਨਸ਼ੇ ਦੀ ਗੱਲ ਨਹੀਂ ਕਰ ਰਿਹਾ, ਮੈਂ ਤਾਂ ਅਫੀਮ ਦੀ ਗੱਲ ਕਰ ਰਿਹਾ। ਅਫੀਮ ਦੀ ਉਹੀ ਮੈਂ ਗੱਲ ਕਰ ਰਿਹਾ। ਤੁਸੀਂ 2 ਮਹੀਨੇ ਤੋਂ ਕਿਉਂ ਕਰ ਰਹੇ ਹੋ, ਪਹਿਲੇ ਕਿਉਂ ਨਹੀਂ ਕੀਤੀ 4 ਸਾਲ ਪਹਿਲਾਂ? ਇਲੈਕਸ਼ਨ ਨਜ਼ਦੀਕ ਆ ਗਏ, ਤੁਸੀਂ ਕਿਤੇ ਨਾ ਕਿਤੇ ਰਾਜਨੀਤਿਕ ਪਾਰਟੀ ਨੂੰ ਫਾਇਦਾ ਦੇਣਾ ਚਾਹੁੰਦੇ ਹੋ। ਨਹੀਂ। ਤੁਸੀਂ ਕਿਸਾਨਾਂ ਨੂੰ ਸਲਾਹ ਦੇ ਰਹੇ ਹੋ ਕਿ ਖੇਤੀ ਉਹ ਅਫੀਮ ਦੀ ਕਰ ਲੈਣ, ਤੁਸੀਂ ਕਿਉਂ ਨਹੀਂ ਕਰ ਲੈਂਦੇ? ਮੇਰਾ ਇੱਕ ਪੇਸ਼ਾ ਵਪਾਰ ਦਾ, ਮੇਰਾ ਹੋਜੀ ਦਾ ਕੰਮ ਹੈ, ਕਿਸਾਨ ਦਾ ਕੰਮ ਹੈ, ਖੇਤੀ ਦਾ ਕੰਮ ਹੈ। ਸ਼ਾਇਦ ਯਾਦ ਦਿਲਾਦਾ, ਪਿਛਲੇ ਇੰਟਰਵਿਊ ਦੇ ਵਿੱਚ ਤੁਸੀਂ ਕਿਹਾ ਸੀਗਾ ਕਿ ਮੈਂ ਖੇਤੀ ਕਰਨ ਨੂੰ ਵੀ ਤਿਆਰ ਹਾਂ, ਖੇਤੀ ਕਰਨ ਨੂੰ ਵੀ ਮੈਂ ਤਿਆਰ ਹਾਂ, ਤੇ ਤੁਸੀਂ ਅੱਜ ਜਿਹੜੀ ਉਧਰ ਸਲਾਹ ਦੇ ਰਹੇ ਹੋ, ਆਪ ਕਿਉਂ ਨਹੀਂ ਕਰਦੇ ਅਫੀਮ ਦੀ ਖੇਤੀ? ਪੰਜਾਬ ਸਰਕਾਰ, ਕੇਂਦਰ ਸਰਕਾਰ ਸਾਨੂੰ ਪਰਮਿਸ਼ਨ ਦੇਵੇ ਵੀ ਅਸੀਂ ਰਾਜਸਥਾਨ ਦੀ ਤਰਜ਼ ਦੇ ਉੱਤੇ ਤੁਸੀਂ ਅਫੀਮ ਦੀ ਖੇਤੀ ਕਰ ਸਕਦੇ ਹੋ। ਮੈਂ ਠੇਕੇ ਤੇ ਜ਼ਮੀਨ ਲੈ ਕੇ ਪੰਜਾਬ 'ਚ ਅਫੀਮ ਦੀ ਖੇਤੀ ਕਰਨ ਨੂੰ ਤਿਆਰ ਹਾਂ। ਅਗਰ ਅਫੀਮ ਨਸ਼ਾ ਹੈ ਤਾਂ ਸਰਕਾਰ ਦੁਆਰਾ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਲੋਕਾਂ ਨੂੰ ਕੋਟੇ ਕਿਉਂ ਲਾਏ ਜਾਂਦੇ ਸੀ ਜਿਹੜੇ ਅਫੀਮ ਦੇ ਆਦੀ ਸੀਗੇ? ਸਰਕਾਰ ਦਵਾਈ ਦੇ ਤੌਰ ਦੇ ਉੱਤੇ ਲੋਕਾਂ ਨੂੰ ਅਫੀਮ ਦੇ ਕੋਟੇ ਦਿੰਦੀ ਸੀ। ਸਤਿ ਸ਼੍ਰੀ ਅਕਾਲ, ਨਮਸਕਾਰ ਦੋਸਤੋ, ਮੈਂ ਵਿਕਾਸ ਮਲਹੋਤਰਾ ਔਰ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ। ਕਿਸਾਨੀ ਅੰਦੋਲਨ ਦੇ ਦੌਰ ਦੇ ਵਿੱਚ ਇੱਕ ਨਵੀਂ ਗੱਲ ਹੋਰ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਨੂੰ ਅਫੀਮ ਦੀ ਖੇਤੀ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ। ਕਰੀਬ 2 ਮਹੀਨੇ ਪਹਿਲਾਂ ਇਹ ਮੁੱਦਾ ਸ਼ਿਵ ਸੈਨਾ ਪੰਜਾਬ ਵੱਲੋਂ ਚੱਕਿਆ ਗਿਆ ਸੀਗਾ ਤੇ ਕੁਝ ਦਿਨ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਰਹੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਪਟਿਆਲਾ ਦੇ ਵਿੱਚ ਵੀ ਇਹ ਮੁੱਦਾ ਦੁਬਾਰਾ ਚੱਕਿਆ ਹੈ। ਉਸ ਤੋਂ ਬਾਅਦ ਅੱਜ ਜਿਹੜਾ ਡੀਸੀ ਦਫ਼ਤਰ ਦੇ ਬਾਹਰ ਵੀ ਇੱਕ ਪ੍ਰੋਟੈਸਟ ਕੀਤਾ ਗਿਆ, ਜਿੱਥੇ ਕਿ ਟੀਟੂ ਬਾਣੀਆ ਜਿਹੜੇ ਨੇ ਉਹਨਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਜਿਹੜੀ ਹੈ ਅਫੀਮ ਦੀ ਖੇਤੀ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ। ਸਰਕਾਰ ਅਫੀਮ ਦੀ ਖੇਤੀ ਕਰਾ ਕੇ ਜਿਹੜਾ ਨੌਜਵਾਨਾਂ ਨੂੰ, ਜਿਹੜੇ ਅੱਗੇ ਕਿਸਾਨ ਨੌਜਵਾਨ ਨੇ, ਉਹਨਾਂ ਨੂੰ ਕੰਮ ਦਿੱਤਾ ਜਾਵੇ। ਸਾਡੇ ਨਾਲ ਇਸ ਮੁੱਦੇ ਤੇ ਅੱਜ ਮੌਜੂਦ ਨੇ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਜੀ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦਾ ਇਸ ਮੁੱਦੇ ਦੇ ਉੱਤੇ ਕੀ ਕਹਿਣਾ ਹੈ। ਰਾਜੀਵ ਜੀ, ਕੀ ਕਹਿਣਾ ਚਾਹੁੰਦੇ ਹੋ? ਫਿਰ ਇਸ ਵਾਰ ਨਵਾਂ ਇੱਕ ਮੁੱਦਾ ਲੈ ਕੇ ਤੁਸੀਂ ਸਾਹਮਣੇ ਆਏ ਹੋ ਕਿ ਨਵੀਂ ਗੱਲ ਜਿਹੜੀ ਅਫੀਮ ਦੀ ਖੇਤੀ ਕਰਨ ਦੀ। ਜੈਕਾਰਾ ਵੀਰ ਬਜਰੰਗੇ, ਹਰ ਹਰ ਮਹਾਦੇਵ। ਪਹਿਲੀ ਗੱਲ ਤਾਂ ਮੈਂ ਇੱਕ ਗੱਲ ਸਾਫ਼ ਕਹਿਣਾ ਚਾਹਾਂਗਾ, ਜਿਹੜਾ ਵੀ ਸ਼ੁਰੂ ਤੋਂ ਅੰਦੋਲਨ ਚੱਲ ਰਿਹਾ ਪੰਜਾਬ ਦੇ ਵਿੱਚ, ਜਿਹੜੇ ਕੇਂਦਰ ਸਰਕਾਰ ਕਿਸਾਨ ਹਿਤੈਸ਼ੀ 3 ਬਿੱਲ ਲੈ ਕੇ ਆਈ ਹੈ, ਅਸੀਂ ਬਿਲਕੁਲ ਸ਼ਿਵ ਸੈਨਾ ਪੰਜਾਬ ਵੱਲੋਂ ਬੜਾ ਸਪਸ਼ਟ ਜਿਹਾ ਸਟੈਂਡ ਲਿੱਤਾ ਸੀਗਾ ਵੀ ਅਸੀਂ ਬਿੱਲਾਂ ਦਾ ਸਮਰਥਨ ਕਰਦੇ ਹਾਂ। ਅਸੀਂ ਗੱਲ ਪਹਿਲਾਂ ਵੀ ਕਹੀ ਸੀ ਵੀ ਜਿਹੜੇ ਲੋਕ ਇਹਨਾਂ ਬਿੱਲਾਂ ਦੇ ਖਿਲਾਫ ਅੰਦੋਲਨ ਕਰ ਰਹੇ ਨੇ ਉਹ ਕਿਸਾਨ ਨਹੀਂ, ਉਹ ਕਾਮਰੇਡ ਨੇ। ਜਿਹੜਾ ਇਹ ਅੰਦੋਲਨ ਹੈ ਕਿਸਾਨ ਅੰਦੋਲਨ ਨਹੀਂ, ਸਿਰਫ ਇੱਕ ਜਿੱਦ ਦਾ ਅੰਦੋਲਨ ਹੈ। ਸਾਡਾ ਇੱਕੋ ਇੱਕ ਸਵਾਲ ਸੀਗਾ, ਅਗਰ ਜਿਹੜੇ ਕਿਸਾਨ ਅੰਦੋਲਨ ਦੇ ਜਿਹੜੇ ਲੀਡਰ ਬਣੇ ਬੈਠੇ ਨੇ, ਜਿਨ੍ਹਾਂ ਨੇ ਕਾਮਰੇਡਾਂ ਨੇ ਇਸ ਅੰਦੋਲਨ ਦੇ ਉੱਤੇ ਕਬਜ਼ਾ ਕਰ ਰੱਖਿਆ, ਅਗਰ ਉਹ ਸੱਚੀ ਦਿਲ ਦੇ ਨਾਲ ਕਿਸਾਨਾਂ ਦਾ ਭਲਾ ਚਾਹੁੰਦੇ ਸੀਗੇ ਤਾਂ ਉਹਨਾਂ ਨੂੰ ਜਿਹੜਾ ਜਿੰਨਾ ਵੱਡਾ ਅੰਦੋਲਨ ਕੀਤਾ, ਪੂਰੇ ਦੁਨੀਆ ਦੇ ਲੋਕਾਂ ਜਿਹੜੇ ਵਿਦੇਸ਼ਾਂ 'ਚ ਪੰਜਾਬੀ ਬੈਠੇ ਸੀਗੇ ਜਾਂ ਪੰਜਾਬ ਦੇ ਵੀ ਕਾਫੀ ਲੋਕਾਂ ਨੇ ਇਹਨਾਂ ਨੂੰ ਸਮਰਥਨ ਦਿੱਤਾ ਤਨ ਮਨ ਧਨ ਦੇ ਨਾਲ। ਅਗਰ ਇਹ ਲੋਕ ਦਿਲੋਂ ਸੱਚੀ ਸ਼ਰਧਾ ਦੇ ਨਾਲ ਕਿਸਾਨਾਂ ਦਾ ਭਲਾ ਚਾਹੁੰਦੇ ਸੀ ਤਾਂ ਇਹਨਾਂ ਨੂੰ ਇੱਕੋ ਇੱਕ ਗੱਲ ਕਰਨੀ ਚਾਹੀਦੀ ਸੀ, ਕਿਸਾਨ ਦੀ ਆਏ ਦੁੱਗਣੀ ਕਰਨ ਦੀ ਗੱਲ ਕਰਨੀ ਚਾਹੀਦੀ ਸੀਗੀ। ਇਹਨਾਂ ਨੂੰ ਚਾਹੀਦਾ ਸੀਗਾ ਗੱਲ ਕਰਦੇ ਵੀ ਪੰਜਾਬ ਨੂੰ ਵੀ ਰਾਜਸਥਾਨ ਦੀ ਤਰਜ਼ ਦੇ ਉੱਤੇ ਅਫੀਮ ਦੀ ਖੇਤੀ ਕਰਨ ਦੀ ਅਨੁਮਤੀ ਮਿਲਣੀ ਚਾਹੀਦੀ ਸੀ, ਜਿਹੜੀ ਇਹਨਾਂ ਨੇ ਬਿਲਕੁਲ ਨਹੀਂ ਕੀਤੀ। ਸਿਰਫ ਇੱਕੋ ਇੱਕ ਗੱਲ ਕੀਤੀ, ਅਸੀਂ ਮੋਤੀ ਢਾਣਾ, ਅਸੀਂ ਦਿੱਲੀ ਢਾਣੀ, ਅਸੀਂ ਇੰਦਰਾ ਮਾਰਤੀ, ਅਸੀਂ ਮੋਤੀ ਮਾਰਨਾ। ਜਦ ਕਿ ਗੱਲ ਕੀ ਸੀਗੀ, ਹਮੇਸ਼ਾ ਇੱਕ ਮੁੱਦਾ ਬਣਦਾ ਪੰਜਾਬ ਦੇ ਵਿੱਚ, ਅਖਬਾਰਾਂ ਦੇ ਵਿੱਚ ਵੀ, ਚੈਨਲਾਂ ਦੇ ਵਿੱਚ ਵੀ ਬਣਦਾ
ਵੀ ਕਰਜ਼ੇ ਦੇ ਹੇਠ ਆ ਕੇ ਕਿਸਾਨ ਨੇ ਆਤਮ ਹੱਤਿਆ ਕਰ ਲਿੱਤੀ। ਬੰਦਾ ਜੀ ਮੁੱਦਾ ਹਰ ਵਕਤ ਇੱਕੋ ਗੱਲ ਹੁੰਦੀ ਹੈ ਵੀ ਕਿਸਾਨਾਂ ਦੀ ਜਿਹੜਾ ਕਿਸਾਨ ਮਰਿਆ ਕਰਜ਼ੇ ਦੇ ਹੇਠ ਆ ਕੇ ਉਹਨੇ ਆਤਮ ਹੱਤਿਆ ਕਰ ਲਈ, ਸੁਸਾਈਡ ਕਰ ਲਈ। ਜਦ ਕਿ ਦੂਜੇ ਪਾਸੇ ਸਾਡਾ ਕਹਿਣਾ ਵੀ ਕਿਸਾਨਾਂ ਨੂੰ ਬਿਜਲੀ ਫ੍ਰੀ ਦਿੱਤੀ ਜਾਂਦੀ ਹੈ, ਦੂਜੇ ਪਾਸੇ ਜਿਹੜਾ ਲੋਨ ਦਿੱਤਾ ਜਾਂਦਾ ਉਹ ਵੀ ਇਹਨਾਂ ਨੂੰ ਮਾਫ ਕਰ ਦਿੱਤਾ ਜਾਂਦਾ। ਅਸੀਂ ਇੱਕੋ ਇੱਕ ਗੱਲ ਕਹੀ ਇਹਨਾਂ ਨੂੰ ਵੀ ਤੁਸੀਂ ਚਾਹੁੰਦੇ ਹੋ ਵੀ ਕਿਸਾਨਾਂ ਦੀ ਆਏ ਦੁੱਗਣੀ ਹੋਣੀ ਚਾਹੀਦੀ ਹੈ, ਸਰਕਾਰ ਵੀ ਚਾਹੁੰਦੀ ਹੈ, ਕੇਂਦਰ ਸਰਕਾਰ ਵੀ ਚਾਹੁੰਦੀ ਹੈ, ਹਰ ਸਰਕਾਰ ਕੀ ਜਿਹੜਾ ਵੀ ਦੇਸ਼ ਭਗਤ ਇਨਸਾਨ ਹੈ ਹਰ ਵਿਅਕਤੀ ਚਾਹੇਗਾ ਵੀ ਕਿਸਾਨਾਂ ਦੀ ਆਏ ਦੁੱਗਣੀ ਹੋਣੀ ਚਾਹੀਦੀ ਹੈ। ਕੋਈ ਵੀ ਵਿਅਕਤੀ ਕਿਸਾਨ ਹੀ ਕਿਉਂ, ਕੋਈ ਵਪਾਰੀ ਵੀ ਕਿਉਂ ਕਰਜ਼ ਦੇ ਹੇਠ ਆ ਕੇ ਆਤਮ ਹੱਤਿਆ ਕਰੇ। ਪਰ ਗੱਲ ਹੈ ਜਿਹੜਾ ਅੰਦੋਲਨ ਇਹਨਾਂ ਨੇ ਚੱਕਿਆ ਇਹਨੂੰ ਸਹੀ ਦਿਸ਼ਾ ਨਹੀਂ ਦਿੱਤੀ। ਮੈਂ ਤਾਂ ਸਾਫ਼ ਕਹਾਂਗਾ ਵੀ ਜਿਹੜੇ ਵੀ ਕਿਸਾਨ ਅੰਦੋਲਨ ਨੂੰ ਲੀਡ ਕਰ ਰਹੇ ਨੇ, ਜਿਹੜੇ ਕਾਮਰੇਡ ਨੂੰ ਲੀਡ ਕਰ ਰਹੇ ਨੇ, ਬਿਲਕੁਲ ਮੂਰਖਪੁਰ ਦਾ ਕੰਮ ਕਰ ਰਹੇ ਨੇ, ਪ੍ਰੋਪਰ ਪੰਜਾਬ ਦੇ ਹਾਲਾਤ ਖਰਾਬ ਕਰਨ ਦਾ ਕੰਮ ਕਰ ਰਹੇ ਨੇ। ਅਗਰ ਇਹਨਾਂ ਨੇ ਗੱਲ ਕਰਨੀ ਸੀ ਕਿਸਾਨ ਨੂੰ ਆਏ ਦੁੱਗਣੀ ਕਰਨ ਦੀ, ਇੱਕੋ ਇੱਕ ਗੱਲ ਸੀਗੀ, ਇੱਕ ਗੱਲ ਕਰਦੇ ਸਿੱਧੀ ਠੋਕ ਕੇ ਜਿੱਡਾ ਵੱਡਾ ਅੰਦੋਲਨ ਕੀਤਾ। ਅਗਰ ਉਸ ਗੱਲ ਨੂੰ ਲੈ ਕੇ ਅੰਦੋਲਨ ਕੀਤਾ ਜਾਂਦਾ ਵੀ ਰਾਜਸਥਾਨ ਦੀ ਤਰਜ਼ ਦੇ ਉੱਤੇ ਪੰਜਾਬ ਦੇ ਕਿਸਾਨਾਂ ਨੂੰ ਅਫੀਮ ਦੀ ਖੇਤੀ ਕਰਨ ਦੀ ਅਨੁਮਤੀ ਮਿਲੇ ਤਾਂ ਇਹ ਪਰਮਿਸ਼ਨ ਅੱਜ ਤੱਕ ਕੇਂਦਰ ਸਰਕਾਰ ਵੱਲੋਂ ਮਿਲ ਚੁੱਕੀ ਹੁੰਦੀ। ਰਾਜੀਵ ਜੀ, ਤੁਸੀਂ ਗੱਲ ਕਰਦੇ ਹੋ ਅਫੀਮ ਦੀ ਖੇਤੀ ਦੀ। 4 ਸਾਲ ਪਹਿਲਾਂ ਜਦੋਂ ਪੰਜਾਬ ਸਰਕਾਰ ਕਾਂਗਰਸ ਦੀ ਬਣੀ ਸੀਗੀ, ਉਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਗ੍ਰੰਥ ਗੁਟਕਾ ਸਾਹਿਬ ਜਿਹੜਾ ਹੱਥ 'ਚ ਫੜ ਕੇ ਕਸਮ ਖਾਧੀ ਸੀਗੀ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਕੀਤਾ ਜਾਏਗਾ। ਤੁਸੀਂ ਦੁਬਾਰਾ ਨਸ਼ਾ ਲਿਆਉਣ ਦੀ ਗੱਲ ਕਰਦੇ ਹੋ ਪੰਜਾਬ ਦੇ ਵਿੱਚ। ਮੈਂ ਤੁਹਾਨੂੰ ਫਿਰ ਗੱਲ ਕਲੀਅਰ ਕਹਿ ਰਿਹਾ, ਮੈਂ ਅਫੀਮ ਨੂੰ ਨਸ਼ਾ ਨਹੀਂ ਮੰਨਦਾ। ਜਿੰਨੀਆਂ ਜ਼ਿਆਦਾਤਰ ਮੈਡੀਸਨ ਬੰਦੀਆਂ ਨੇ ਉਹਨਾਂ ਦੇ ਵਿੱਚ ਨਾ ਮਾਤਰ ਅਫੀਮ ਦੀ ਉਪਲਬਧੀ ਪਾਈ ਜਾਂਦੀ ਹੈ। ਮਤਲਬ ਜਿੰਨੀਆਂ ਦਵਾਈਆਂ ਬਣਦੀਆਂ ਨੇ ਜ਼ਿਆਦਾਤਰ ਦਵਾਈਆਂ ਦੇ ਵਿੱਚ ਅਫੀਮ ਦਾ ਸੇਵਨ ਵਿੱਚ ਕੀਤਾ ਜਾਂਦਾ ਹੈ। ਤੁਸੀਂ ਕਿੱਦਾਂ ਉਹਨੂੰ ਨਸ਼ਾ ਕਹਿ ਲਓਗੇ? ਤੁਸੀਂ ਕਿੱਦਾਂ ਕਹਿੰਦੇ ਹੋ ਕਿ ਤੁਸੀਂ ਕਿੱਦਾਂ ਕਹਿੰਦੇ ਹੋ ਕਿ ਉਹ ਨਸ਼ਾ ਨਹੀਂ ਹੈ? ਮੈਂ ਦੂਜੇ ਪਾਸੇ ਹੋਰ ਗੱਲ ਕਰਦਾ ਸਾਡੇ ਕਿ ਅਗਰ ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰ ਦਿੰਦਾ, ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰ ਦਿੰਦਾ। ਪਹਿਲਾਂ ਮੇਰੀ ਸੁਣ ਲਓ। ਅਸੀਂ ਵੀ ਸੁਣਿਆ ਹੈ, ਬਜ਼ੁਰਗਾਂ ਕੋਲੋਂ ਵੀ ਦੇਖਦੇ ਵੀ ਆ, ਕਈ ਕਾਫੀ ਸਮੇਂ ਵੀ ਲੋਕਾਂ ਵਿੱਚ ਦੇਖੀਦਾ ਵੀ ਆ। 40 ਸਾਲ ਤੋਂ ਉੱਪਰ ਜਿਹੜੇ ਲੋਕ ਨੇ, ਜ਼ਿਆਦਾਤਰ ਲੋਕ ਨੇ, ਡਾਕਟਰ ਵੀ ਕਹਿੰਦੇ ਕਦੀ ਕਦੀ ਤੁਸੀਂ ਅਫੀਮ ਦਾ ਸੇਵਨ ਲੋਕਾਂ ਨੂੰ ਕਰਨਾ ਚਾਹੀਦਾ। ਡਾਕਟਰ ਤੇ ਵੀ ਕਹਿੰਦੇ ਆ ਜਦੋਂ ਕਿਸੇ ਦਾ ਬਲੱਡ ਗੜਾ ਹੋਵੇ ਉਹਨੂੰ ਵੀ ਅਫੀਮ ਦਾ ਸੇਵਨ ਕਰਨਾ ਚਾਹੀਦਾ। ਜਦੋਂ ਕਿਸੇ ਦਾ ਲਕਵਾ ਮਾਰ ਜਾਂਦਾ, ਪੈਰਾਲਾਈਜ਼ ਦਾ ਜੋ ਅਟੈਕ ਹੁੰਦਾ, ਡਾਕਟਰ ਉਦੋਂ ਵੀ ਸਲਾਹ ਦਿੰਦੇ ਆ ਵੀ ਡਾਕਟਰ ਉਦੋਂ ਵੀ ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰ ਦੇਣਾ ਚਾਹੁੰਦਾ, ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰ ਦੇਣਾ ਚਾਹੁੰਦਾ, ਐਸਾ ਕਿਹੜਾ ਡਾਕਟਰ ਹੈ ਜਿਹੜਾ ਸਰੇਆਮ ਉੱਠ ਕੇ ਕਹਿੰਦਾ ਕਿ ਅਫੀਮ ਦਾ ਸੇਵਨ ਕਰ ਦਿੱਤਾ ਜਾਵੇ? ਚਾਹੇ ਉਹ ਕਿਸੇ ਵੀ ਵੱਡੇ ਹਸਪੀਟਲ ਦੇ ਵਿੱਚ ਤੁਸੀਂ ਚਲੇ ਜਾਓ, ਕਿਹੜਾ ਡਾਕਟਰ ਕਹਿੰਦਾ? ਅਗਰ ਤੁਸੀਂ ਲਕਵੇ ਦੀ ਗੱਲ ਕਰਦੇ ਹੋ, ਪੈਰਾਲਾਈਜ਼ ਦਾ ਅਟੈਕ ਆ ਜਾਂਦਾ ਕਿਸੇ ਬੰਦੇ ਨੂੰ, ਤੁਸੀਂ ਮੈਨੂੰ ਦੱਸ ਦਿਓ ਕਿਹੜਾ ਡਾਕਟਰ ਕਹਿੰਦਾ ਕਿ ਅਫੀਮ ਦੀ ਤੁਸੀਂ ਗੋਲੀ ਦੇ ਦਿਓ ਉਹਨਾਂ ਨੂੰ, ਉਹ ਠੀਕ ਹੋ ਜਾਏਗਾ ਬੰਦਾ? ਤੁਸੀਂ ਐਂ ਕਰੋ, ਔਨ ਕੈਮਰਾ ਨਾਲ ਗੱਲ ਕਰੋ, ਤੁਸੀਂ ਕੈਮਰਾ ਆਫ ਕਰਕੇ ਨਾ ਕਿਸੇ ਡਾਕਟਰ ਨੂੰ ਜਾ ਕੇ ਗੱਲ ਤਾਂ ਕਰੋ। ਤੁਸੀਂ ਕੈਮਰੇ ਦੇ ਸਾਹਮਣੇ ਗੱਲ ਕਰ ਰਹੇ ਹੋ ਕਿ ਨਸ਼ਾ ਨਹੀਂ ਹੈ, ਤੁਸੀਂ ਉਹਨਾਂ ਨੂੰ ਤੁਸੀਂ ਕਹਿੰਦੇ, ਤੁਸੀਂ ਦੱਸ ਦਿਓ ਕਿਹੜਾ ਡਾਕਟਰ ਲਿਖ ਕੇ ਦਿੰਦਾ ਕਿ ਅਫੀਮ 40 ਸਾਲ ਤੋਂ ਬਾਅਦ ਖਾ ਲੈਣੀ ਚਾਹੀਦੀ ਹੈ? ਡਾਕਟਰ ਲਿਖ ਕੇ ਦੇਵੇ, ਆਫ ਕੈਮਰਾ ਤੁਸੀਂ ਗੱਲ ਤਾਂ ਕਰੋ ਜਾ ਕੇ ਡਾਕਟਰਾਂ ਨਾਲ। ਤੁਹਾਨੂੰ ਜਿਹੜੀ ਗੱਲ ਤੁਸੀਂ ਆਫ ਕੈਮਰੇ ਦੀ ਗੱਲ ਕਰ ਰਹੇ ਹੋ, ਤੁਸੀਂ ਔਨ ਕੈਮਰਾ ਹੀ ਗੱਲ ਕਰ ਰਹੇ ਹੋ ਕਿ ਡਾਕਟਰ ਕਹਿੰਦੇ ਆ 40 ਸਾਲ ਬਾਅਦ ਦਿਓ, ਮਗਰ ਤੁਸੀਂ ਦੱਸੋ ਤਾਂ ਸਹੀ ਨਾ ਕਿਹੜਾ ਡਾਕਟਰ ਲਿਖ ਕੇ ਦਿੰਦਾ? ਪੱਤਰਕਾਰ ਸਾਹਿਬ, ਮੈਂ ਤਾਂ ਠੋਕ ਕੇ ਕਿੰਨਾ ਫੇਰ ਕਹਿ ਰਿਹਾ ਵੀ ਪੰਜਾਬ ਦੇ ਕਿਸਾਨਾਂ ਨੂੰ ਰਾਜਸਥਾਨ ਦੀ ਤਰਜ਼ ਦੇ ਉੱਤੇ ਅਫੀਮ ਦੀ ਖੇਤੀ ਕਰਨ ਦੀ ਪਰਮਿਸ਼ਨ ਮਿਲਣੀ ਚਾਹੀਦੀ ਹੈ। ਉਹਨਾਂ ਦੀ ਆਏ ਦੁੱਗਣੀ ਹੁੰਦੀ ਹੈ। ਦੂਜੀ ਗੱਲ, ਤੁਸੀਂ ਅਫੀਮ ਤੁਸੀਂ ਕਹਿੰਦੇ ਹੋ ਆਏ ਦੁੱਗਣੀ ਅਫੀਮ ਨੂੰ ਨਸ਼ਾ ਨਹੀਂ ਮੰਨਦਾ। ਤੁਸੀਂ ਨਹੀਂ ਮੰਨਦੇ। ਮੈਂ ਕੀ ਅਸੀਂ ਤੁਹਾਡੀ ਤੁਸੀਂ ਆਪਣੀ ਗੱਲ ਕਰਦੇ ਹੋ। ਸੁਣੋ, ਮੈਂ ਕੀ 50% ਲੋਕ ਅਫੀਮ ਨੂੰ ਨਸ਼ਾ ਨਹੀਂ ਮੰਨਦੇ ਹੋਣੇ। ਤੁਸੀਂ ਰਾਜਨੀਤਾ ਦੇ ਲੋਕ ਉਹ ਬੰਦਿਆਂ ਨਾਲ ਗੱਲ ਕਰਦੇ ਹੋ, ਤੁਸੀਂ ਕਹਿ ਰਹੇ ਹੋ ਕਿ ਮੈਂ ਅਫੀਮ ਨੂੰ ਨਸ਼ਾ ਨਹੀਂ ਮੰਨਦਾ, ਫਿਰ ਪੁਲਿਸ ਉਸ ਮਾਮਲੇ ਦੇ ਉੱਤੇ ਪਰਚਾ ਕਿਉਂ ਦਰਜ ਕਰਦੀ ਹੈ? ਅਗਰ 5 ਗ੍ਰਾਮ ਅਫੀਮ ਵੀ ਕਿਸੇ ਬੰਦੇ ਤੋਂ ਬਰਾਮਦ ਹੋ ਜਾਂਦੀ ਹੈ ਤੇ ਪੁਲਿਸ ਐਨਡੀਪੀਐਸ ਐਕਟ ਦਾ ਮਾਮਲਾ ਦਰਜ ਕਰਦੀ ਹੈ, ਜਿਹਦਾ ਕੋਰਟ ਦੇ ਵਿੱਚ ਘੱਟੋ ਘੱਟ 3 ਮਹੀਨੇ ਜ਼ਮਾਨਤ ਨਹੀਂ ਹੈਗੀ। ਮੈਂ ਫੇਰ ਇੱਕ ਗੱਲ ਕਹਿ ਰਿਹਾ ਨਾ, ਅਸੀਂ ਕੀ ਕਹਿ ਰਹੇ ਹਾਂ? ਅਸੀਂ ਕੀ ਕਹਿ ਰਹੇ ਹਾਂ ਵੀ ਜਿਹੜਾ ਕਿਸਾਨ ਅੰਦੋਲਨ, ਕਿਸਾਨਾਂ ਦੇ ਲੀਡਰਾਂ ਨੇ ਅੰਦੋਲਨ ਛੇੜਿਆ ਸਰਕਾਰ ਦੇ ਖਿਲਾਫ ਵੀ ਕਿਸਾਨਾਂ ਦੀ ਆਏ ਬਦਲਣੀ ਚਾਹੀਦੀ ਹੈ, ਕਿਸਾਨ ਕਰਜ਼ੇ ਆਤਮ ਹੱਤਿਆ ਕਰ ਰਿਹਾ, ਅਸੀਂ ਗੱਲ ਕੀ ਕਰ ਰਹੇ ਹਾਂ ਵੀ ਰਾਜਸਥਾਨ ਦੇ ਵਿੱਚ ਅਫੀਮ ਦੀ ਖੇਤੀ ਹੁੰਦੀ ਹੈ, ਕੰਟਰੈਕਟ ਫਾਰਮਿੰਗ ਦੇ ਤਹਿਤ ਉੱਥੇ ਅਫੀਮ ਦੀ ਖੇਤੀ ਕੀਤੀ ਜਾਂਦੀ ਹੈ। ਅਸੀਂ ਕਹਿ ਰਹੇ ਹਾਂ ਪੰਜਾਬ ਵਿੱਚ ਵੀ ਖੇਤੀ ਅਫੀਮ ਦੀ ਖੇਤੀ। ਤੁਸੀਂ ਗੱਲ ਕਰਦੇ ਹੋ ਰਾਜਸਥਾਨ ਦੇ ਵਿੱਚ ਅਫੀਮ ਦੀ ਖੇਤੀ ਹੁੰਦੀ ਹੈ ਤੇ ਉਹਨਾਂ ਦੀ ਕਿਸਾਨਾਂ ਦੀ ਆਏ ਦੁੱਗਣੀ ਹੈ, ਉੱਥੇ ਕੀ ਅੱਜ ਵੀ ਕਿਸਾਨ ਆਤਮ ਹੱਤਿਆ ਨਹੀਂ ਕਰ ਰਿਹਾ? ਰਾਜਸਥਾਨ ਦੇ ਵਿੱਚ ਅੱਜ ਵੀ ਕਿਸਾਨ ਆਤਮ ਹੱਤਿਆ ਕਰ ਰਿਹਾ, ਅਗਰ ਤੁਹਾਡੀ ਨੌਲੇਜ ਦੇ ਵਿੱਚ ਹੋਵੇ। ਇਦਾਂ ਦਾ ਤੇ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਸਿਰਫ ਅਫੀਮ ਦੀ ਖੇਤੀ ਕਰਕੇ ਪੰਜਾਬ ਦੇ ਕਿਸਾਨ ਆਪਣੀ ਆਏ ਦੁੱਗਣੀ ਕਰ ਸਕਦੇ ਆ? ਤੁਸੀਂ ਨਾ ਲੋਜਿਕ ਤੇ ਗੱਲ ਆਈਦੀ ਹੁੰਦੀ ਆ। ਇੱਕ ਚੀਜ਼ ਦੀ 100 ਕੁਇੰਟਲ ਦਾ ਇੱਕ ਉਤਪਾਦਨ ਹੁੰਦਾ ਕਿਸੇ ਵੀ ਪੰਜਾਬ ਦੇ ਵਿੱਚ, ਸਮਝੋ 100 ਕੁਇੰਟਲ ਦਾ ਉਤਪਾਦਨ ਹੁੰਦਾ, ਅਫੀਮ ਦੀ ਖੇਤੀ ਦਾ ਉਤਪਾਦਨ ਹੁੰਦਾ। ਅਗਰ ਉਹਦੀ ਲਾਗਤ ਸਾਡੇ ਕੋਲ 500
ਕੁਇੰਟਲ ਦੀ ਹੈਗੀ ਹੈ ਲਾਗਤ, ਤੇ ਕਿਉਂ ਨਾ ਉਹਦਾ ਉਤਪਾਦਨ ਕੀਤਾ ਜਾਵੇ। ਅਫੀਮ ਦੀ ਲਾਗਤ ਪਤਾ ਤੁਹਾਨੂੰ ਕਿੱਥੇ ਕਿੱਥੇ, ਉਹਦੀ ਡਿਮਾਂਡ ਕਿਹੜੇ ਕਿਹੜੇ ਦੇਸ਼ਾਂ 'ਚ ਹੈ। ਅਮਰੀਕਾ ਉਹਨੂੰ ਮੰਗਦਾ, ਕੈਨੇਡਾ ਉਹਨੂੰ ਮੰਗਦਾ, ਜਿੰਨੀਆਂ ਮਰਜ਼ੀ ਵਿਦੇਸ਼ੀ ਕੰਟਰੀਆਂ। ਸਿਰਫ ਮੈਡੀਸਿਨ ਕੰਪਨੀਆਂ ਮੰਗਦੀਆਂ, ਮੈਡੀਸਿਨ ਕੰਪਨੀਆਂ। ਤੁਸੀਂ ਕਹਿੰਦੇ ਹੋ, ਮੈਂ ਪਹਿਲਾਂ ਮੇਰੀ ਗੱਲ ਤਾਂ ਸੁਣ ਲਓ, ਮੈਂ ਵੀ ਕੀ ਕਹਿ ਰਿਹਾ ਮੈਂ ਵੀ ਕੀ ਕਹਿ ਰਿਹਾ। ਅਫੀਮ ਦੀ ਜਿੰਨੀ ਲਾਗਤ ਹੁੰਦੀ ਹੈ, ਜਿੰਨੀਆਂ ਮੈਡੀਸਨ ਅਸੀਂ ਲੋਕ ਖਾਂਦੇ ਆ, ਉਹਦੇ ਵਿੱਚ ਵੀ ਅਫੀਮ ਪਾਈ ਜਾਂਦੀ ਹੈ। ਚਾਹੇ ਥੋੜੀ ਜਿਹੀ ਮਾਤਰਾ ਪਾਈ ਜਾਓ, ਜਿੰਨੀ ਮਰਜ਼ੀ ਮਾਤਰਾ ਪੈਂਦੀ ਹੈ ਨਾ ਸਾਡੇ ਦਵਾਈਆਂ ਦੇ ਵਿੱਚ, ਪੈਂਦੀ ਕਿ ਨਹੀਂ ਪੈਂਦੀ। ਮੈਂ ਕੀ ਕਹਿ ਰਿਹਾ, ਅਗਰ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਊਗੀ, ਅਗਰ ਉਹਨੂੰ ਬਾਹਰ ਵਿਦੇਸ਼ਾਂ ਵਿੱਚ ਵੇਚਿਆ ਜਾਊਗਾ ਤਾਂ ਸਾਡਾ ਕਿਸਾਨ ਅਮੀਰ ਹੋਏਗਾ। ਰਾਜਸਥਾਨ ਦਾ ਕਿਸਾਨ ਫਿਰ ਆਤਮ ਹੱਤਿਆ ਕਿਉਂ ਕਰ ਰਿਹਾ? ਉਹ ਅਮੀਰ ਕਿਉਂ ਨਹੀਂ ਹੋ ਕਿਹੜੇ ਰਿਹਾ? ਆંકੜੇ ਨੇ ਦੱਸੋ ਨਾ। ਤੁਸੀਂ ਕਿਹੜੇ ਆંકੜੇ ਕਹਿੰਦੇ ਹੋ ਕਿ ਪੰਜਾਬ ਦਾ ਕਿਸਾਨ ਆਤਮ ਹੱਤਿਆ ਕਰ ਰਿਹਾ ਲਗਾਤਾਰ? ਵੀ ਸਿਰਫ ਔਰ ਸਿਰਫ ਕਿਸਾਨੀ ਜਿਹੜੀ ਅਫੀਮ ਦੀ ਖੇਤੀ ਕਰਕੇ ਕਿਸਾਨੀ ਨੂੰ ਡਬਲ ਕੀਤਾ ਜਾ ਸਕਦਾ ਹੈ। ਇਹਨੂੰ ਤੁਸੀਂ ਕਿਸ ਮੁੱਦੇ ਦੇ ਉੱਤੇ ਕਹਿੰਦੇ ਹੋ ਕਿ ਕਿਸਾਨ ਦੀ ਆਏ ਨੂੰ ਡਬਲ ਕੀਤਾ ਜਾ ਸਕਦਾ ਹੈ ਅਫੀਮ ਦੀ ਖੇਤੀ ਕਰਕੇ? ਹੋਰ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਖੇਤੀਆਂ ਨੇ, ਉਹਨਾਂ ਤੋਂ ਵੀ ਕਮਾਈ ਕੀਤੀ ਜਾ ਸਕਦੀ ਹੈ। ਚਲੋ ਅੱਜ ਫਿਰ ਮੁਲਾਕਾਤ ਹੈ, ਦੱਸੋ। ਤਜੀਬ ਜੀ, ਤੁਸੀਂ ਗੱਲ ਕਰਦੇ ਹੋ ਕਿਸਾਨਾਂ ਦੇ ਆਏ ਦੋਗੁਣੀ ਕਰਨ ਦੀ, ਉਹ ਕੀ ਸਿਰਫ ਅਫੀਮ ਦੀ ਖੇਤੀ ਨਾਲ ਹੀ ਹੋ ਸਕਦੀ ਹੈ? ਪ੍ਰੋਪਰ ਦੋ ਗੱਲਾਂ ਲੌਜੀਕ ਸਮਝਣ ਵਾਲੀ ਗੱਲ ਹੈ। ਮੈਂ ਬਿਲਕੁਲ ਬਹਿਸ, ਆਪਾਂ ਜ਼ਿਆਦਾ ਨਾ ਬਹਿਸੀ ਇੱਕ ਗੱਲ ਕਰੀਏ। ਅਫੀਮ ਦੀ ਲਾਗਤ ਕਿੱਥੇ ਕਿੱਥੇ ਆਉਂਦੀ ਹੈ? ਅਫੀਮ ਜ਼ਿਆਦਾਤਰ ਮੈਡੀਸਨ ਦੇ ਵਿੱਚ ਪ੍ਰਯੋਗ ਕੀਤੀ ਜਾਂਦੀ ਹੈ। ਵਿਦੇਸ਼ੀ ਵਿਦੇਸ਼ੀ ਕੰਟਰੀਆਂ ਨੇ, ਉਹਨਾਂ ਦੇ ਵਿੱਚ ਵੀ ਬੜੀ ਭਾਰੀ ਮਾਤਰਾ ਵਿੱਚ ਡਿਮਾਂਡ ਆ ਅਫੀਮ ਦੀ। ਮਤਲਬ ਤੁਸੀਂ ਅੱਜ ਤੋਂ 2002 ਦੀ ਗੱਲ ਕਰ ਲਓ, ਜ਼ਿਆਦਾ ਨਹੀਂ ਮੈਂ ਕਹਿੰਦਾ, ਤੁਸੀਂ ਗੂਗਲ 'ਚ ਜਾ ਕੇ ਦੇਖ ਲਓ ਵੀ $3000 ਪ੍ਰਤੀ ਸਟੰਕ ਉੱਥੇ ਉਹ ਲੋਕ ਮੰਗਦੇ ਨੇ। ਮਤਲਬ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਜਿਸ ਚੀਜ਼ ਦੀ ਡਿਮਾਂਡ ਹੋਵੇ ਉਹਦਾ ਉਤਪਾਦਨ ਕਰਨਾ ਚਾਹੀਦਾ। ਸਾਡੇ ਦੇਸ਼ ਨੂੰ ਨਹੀਂ ਲੋੜ ਹੈਗੀ ਕਣਕ ਦੀ, ਝੋਨੇ ਦੀ, ਸਾਨੂੰ ਅੱਜ ਦੀ ਤਰੀਕ ਦੀ ਨਹੀਂ ਲੋੜ ਹੈਗੀ। ਤੇ ਅਸੀਂ ਲੋਕ ਵੀ ਇੱਕ ਗੱਲ ਕਰਦੇ ਨਾ, ਅਸੀਂ ਵੀ ਚਾਹੁੰਦੇ ਕਿਸਾਨਾਂ ਦਾ ਭਲਾ ਚਾਹੁੰਦੇ ਹਾਂ। ਜਿਹੜਾ ਦੇਸ਼ ਭਗਤ ਕਿਸਾਨ ਆ, ਅਸੀਂ ਉਹਨਾਂ ਦੇ ਨਾਲ ਖੜੇ ਆ। ਅਸੀਂ ਸਿਰਫ ਉਹਨਾਂ ਦਾ ਵਿਰੋਧ ਕਰਦੇ ਹਾਂ ਜਿਹੜੇ ਕਾਮ ਰੋਡ ਦੇ ਸਿਰਫ ਜਿੱਦ ਦਾ ਅੰਦੋਲਨ ਲੈ ਕੇ ਬੈਠੇ ਨੇ, ਮੋਦੀ ਢਾਣਾ, ਦਿੱਲੀ ਢਾਣੀ। ਅਸੀਂ ਤਾਂ ਕਹਿੰਦੇ ਕਿਸਾਨਾਂ ਦੀ ਆਏ ਦੁੱਗਣੀ ਹੋਣੀ ਚਾਹੀਦੀ। ਕਿਸਾਨਾਂ ਹੀ ਕਿਉਂ, ਦੇਸ਼ ਦੇ ਹਰ ਨਾਗਰਿਕ ਦੀ ਆਏ ਦੁੱਗਣੀ ਹੋਣੀ ਚਾਹੀਦੀ ਆ। ਹਰ ਦੇਸ਼ ਦਾ ਨਾਗਰਿਕ ਸਾਡਾ ਸੁਖੀ ਰਹਿਣਾ ਚਾਹੀਦਾ। ਸਾਡਾ ਸ਼ਿਵ ਸੈਨਾ ਦਾ ਇੱਕ ਮਹੱਤਵ ਹੈ, ਅਸੀਂ ਦੇਸ਼ ਭਗਤ ਪਾਰਟੀ ਆ, ਅਸੀਂ ਦੇਸ਼ ਭਗਤ ਲੋਕ ਆ। ਮੇਰਾ ਕਹਿਣਾ ਕੀ ਮੰਨਦਾ, ਅਫੀਮ ਦੀ ਡਿਮਾਂਡ ਪੂਰੇ ਵਰਲਡ ਦੇ ਵਿੱਚ, ਅਮਰੀਕਾ, ਇੰਗਲੈਂਡ, ਫਰਾਂਸ, ਨਿਊਜ਼ੀਲੈਂਡ, ਕੈਨੇਡਾ ਵਰਗੀਆਂ ਕੰਟਰੀਆਂ ਅਫੀਮ ਦੀ ਸਾਡੀ ਡਿਮਾਂਡ ਮੰਗਦੇ ਨੇ। ਲੋਕ ਖੁੱਲੇ ਹੱਥ ਲੈ ਕੇ ਬੈਠੇ ਨੇ ਵੀ ਸਾਨੂੰ ਅਫੀਮ ਭੇਜੀ ਜਾਵੇ, ਸਾਨੂੰ ਸਪੋਰਟ ਕੀਤੀ ਜਾਵੇ, ਅਸੀਂ ਇੰਪੋਰਟ ਕਰਨ ਨੂੰ ਤਿਆਰ ਬੈਠੇ ਨੇ। ਤੇ ਕਿਉਂ ਨਾ ਸਾਡੇ ਦੇਸ਼ ਦਾ ਕਿਸਾਨ, ਜਿਹੜੇ ਸਾਡੇ ਦੇਸ਼ ਦਾ ਕਿਸਾਨ ਹੈ, ਉਹ ਕਿਉਂ ਨਾ ਅਫੀਮ ਦੀ ਖੇਤੀ ਕਰੇ। ਮੇਰੀ ਇੱਕ ਗੱਲ ਸਮਝੋ, ਮੈਂ ਇੱਕ ਹੋਰ ਮੁੱਦੇ ਦੀ ਗੱਲ ਕੀਤੀ ਆ ਵੀ ਸਾਡੇ ਜਿਹੜਾ ਦੇਸ਼ ਦਾ ਗਰੀਬ ਕਿਸਾਨ ਆ, ਜਿਹਦੇ ਕੋਲ ਹੈਗੇ ਸਿਰਫ 4 ਕਿੱਲੇ ਆ, 5 ਕਿੱਲੇ ਆ, ਕਿਉਂ ਨਾ ਉਹਨੂੰ 21 ਕਿੱਲੇ ਕਰਕੇ ਅਫੀਮ ਦੀ ਖੇਤੀ ਦਾ ਸੇਵਨ ਕਰਨ ਦੀ ਅਨੁਮਤੀ ਦਿੱਤੀ ਜਾਵੇ। ਤੁਸੀਂ ਗੱਲ ਕਰਦੇ ਹੋ ਕਿ ਫੋਰਨ ਕੰਟਰੀਆਂ ਅਫੀਮ ਦੀ ਜਿਹੜੀ ਡਿਮਾਂਡ ਆ ਉਹ ਮੰਗ ਰਹੀਆਂ, ਅਫੀਮ ਮੰਗ ਰਹੀਆਂ, ਉਹ ਸਿਰਫ ਭਾਰਤ ਦੇਸ਼ ਤੋਂ ਹੀ ਮੰਗ ਰਹੀਆਂ? ਹੋਰ ਵੀ ਦੇਸ਼ ਨੇ ਕਿ ਜਿੱਥੇ ਤੁਸੀਂ ਸੋਚਦੇ ਹੋ ਕਿ ਸਿਰਫ ਇੱਥੋਂ ਹੀ ਮੰਗੀ ਜਾਵੇ। ਤੇ ਦੂਜੀ ਗੱਲ ਕਿ ਸਿਰਫ ਅਫੀਮ ਦੇ ਨਾਲ ਹੀ ਜਿਹੜੀ ਅਫੀਮ ਦੇ ਨਾਲ ਆਏ ਦੋਗੁਣੀ ਕੀਤੀ ਜਾ ਸਕਦੀ ਹੈ ਕਿ ਕੁਝ ਹੋਰ ਨਹੀਂ ਉਹਨਾਂ ਨੂੰ ਇੰਪੋਰਟ ਕੀਤਾ ਜਾ ਸਕਦਾ? ਜੀ, ਜੋ ਸਾਡੇ ਧਰਤੀ ਵਿੱਚ ਹੋ ਸਕਦਾ, ਜੇ ਸਾਡੇ ਪੰਜਾਬ ਦੀ ਧਰਤੀ ਤੇ ਜੋ ਉਤਪਾਦਨ ਅੱਛਾ ਹੋ ਸਕਦਾ, ਮੈਂ ਤਾਂ ਉਹਦੀ ਗੱਲ ਕਰਾਂਗਾ ਨਾ। ਅਫੀਮ ਹੀ ਅੱਛੀ ਹੋ ਸਕਦੀ ਹੈ ਜੀ, ਫਲਾਵਰ ਵੀ ਹੈਗੇ ਨੇ। ਫਲਾਵਰ ਵੀ ਹੈ, ਫਲਾਵਰ ਜਾਂਦੇ ਖਰਾਬ ਹੋ ਜਾਂਦੇ, ਅਫੀਮ ਜਾ ਕੇ ਖਰਾਬ ਨਹੀਂ ਹੋਣੀ ਉੱਥੇ ਪਹੁੰਚ ਕੇ। ਇੱਕ ਗੱਲ ਸਮਝ ਲਓ, ਗੱਲ ਕੀ ਹੈ, ਜਿਹਦੀ ਡਿਮਾਂਡ ਜ਼ਿਆਦਾ, ਮੈਂ ਫਿਰ ਕਹਿ ਰਿਹਾ ਅਫੀਮ ਦੀ ਡਿਮਾਂਡ ਅੱਜ ਪੂਰੀ ਦੁਨੀਆ ਦੇ ਵਿੱਚ ਹੈ। ਨਸ਼ੇ ਕਰਕੇ ਨਹੀਂ, ਮੈਂ ਫਿਰ ਕਹਿ ਰਿਹਾ ਦਵਾਈਆਂ ਦੇ ਵਿੱਚ ਪ੍ਰਯੋਗ ਕੀਤਾ ਜਾਂਦਾ ਅਫੀਮ ਦਾ। ਇਹ ਕੋਈ ਚਿੱਟਾ ਨਹੀਂ ਹੈ, ਇਹ ਕੋਈ ਹੈਰੋਇਨ ਨਹੀਂ ਹੈ, ਇਹ ਕੋਈ ਚਿੱਟਾ ਨਹੀਂ, ਇਹ ਕੋਈ ਹੈਰੋਇਨ ਨਹੀਂ ਹੈ ਜਿਹਨੂੰ ਖਾ ਕੇ ਲੋਕ ਮਰ ਜਾਣੇ ਆ। ਸਮਝੋ ਮੇਰੀ ਗੱਲ, ਜਿਹੜਾ ਚਿੱਟਾ ਵਿਕਦਾ ਜਾਂ ਹੈਰੋਇਨ ਵਿਕਦੀ, ਸਿੰਥੈਟਿਕ ਡਰੱਗਸ ਵਿਕਦਾ, ਉਹਦੇ ਨਾਲ ਲੋਕ ਮਰਦੇ ਨੇ। ਉਹਨੂੰ ਖਾ ਕੇ ਕੀ ਹੁੰਦਾ, ਲੋਕ ਗੁੰਡਾਗਰਦੀ ਕਰਦੇ ਨੇ, ਬਦਮਾਸ਼ੀ ਕਿਉਂ ਕਰਦੇ ਨੇ, ਕਤਲੇਆਮ ਕਰਦੇ ਨੇ। ਪਰ ਅਫੀਮ ਦੇ ਸੇਵਨ ਨਾਲ ਕਦੀ ਤੁਸੀਂ ਸੁਣਿਆ ਬੰਦੇ ਨੇ ਪਹਿਲਾਂ ਵਿਕਾਸ ਜੀ, ਪਹਿਲਾਂ ਮੇਰਾ ਸਵਾਲ ਪੂਰਾ ਹੋਣ ਦਿਓ। ਕਦੀ ਤੁਸੀਂ ਸੁਣਿਆ ਅਫੀਮ ਦਾ ਸੇਵਨ ਕਰਕੇ ਕਿਸੇ ਬੰਦੇ ਨੇ ਮਰਡਰ ਕਰ ਦਿੱਤੀ ਹੋਣ, ਕਿਸੇ ਨੇ ਅਫੀਮ ਦਾ ਸੇਵਨ ਕਰਕੇ ਬੰਦਾ ਮਰ ਗਿਆ ਹੋਵੇ? ਤੇ ਅਫੀਮ ਦਾ ਵੀ ਅਗਰ ਬੰਦਾ ਆਦੀ ਹੋ ਜਾਵੇ ਤੇ ਉਹ ਵੀ ਜ਼ਰੂਰੀ ਹੈ ਕਿ ਅਫੀਮ ਨਹੀਂ ਛੱਡ ਸਕਦਾ ਬੰਦਾ, ਉਹ ਵੀ ਨਸ਼ੇ ਦਾ ਆਦੀ ਹੋ ਜਾਂਦਾ ਕਿਤੇ ਨਾ ਕਿਤੇ। ਪੰਜਾਬ ਦੇ ਵਿੱਚ ਜਿੰਨੇ ਵੀ ਪੋਲੀਟੀਕਲ ਪਾਰਟੀਆਂ ਨੇ, ਛੋਟੇ ਤੋਂ ਵੱਡੇ ਤੋਂ ਲੈ ਕੇ 50% ਤੋਂ ਲੋਕ, ਜ਼ਿਆਦਾਤਰ ਲੋਕ ਸੇਵਨ ਕਰਦੇ ਹੋਣੇ। ਦਵਾਈ ਮਾਤਰ ਨਾ ਮਾਤਰ ਨਾ। ਪਹਿਲਾਂ ਮੇਰੀ ਗੱਲ, ਤੁਸੀਂ ਆਪਣੇ ਬਿਆਨ ਤੋਂ ਆਪ ਹੀ ਭਟਕ ਰਹੇ ਹੋ ਰਾਜੀਵ ਜੀ। ਤੁਸੀਂ ਕਹਿ ਰਹੇ ਪਹਿਲੇ ਖਾਂਦੇ ਆ, ਹੁਣ ਪਹਿਲੇ ਖਾਂਦੇ ਹੋਣਗੇ। ਉਹ ਵਿਕਾਸ ਜੀ, ਮੈਂ ਕਿਹਾ ਟੈਸਟ ਕਰਾ ਲਓ। ਵਿਕਾਸ ਜੀ, ਮੈਨੂੰ ਪਹਿਲਾਂ ਗੱਲ ਪੂਰੀ ਕਰਨ ਦਿਓ। ਅਸੀਂ ਕੀ ਕਹਿੰਦੇ ਆ, ਇੱਕ ਚੀਜ਼ ਦਾ ਕੋਈ ਨੁਕਸਾਨ ਨਹੀਂ ਹੈ। ਮੈਂ ਫਿਰ ਕਹਿ ਰਿਹਾ, ਅਫੀਮ ਖਾਣ ਦਾ ਜ਼ਿਆਦਾਤਰ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਆ। ਉਹਦੇ ਨਾਲ ਕੋਈ ਬੰਦਾ ਦਾ ਦਿਮਾਗ ਤੇਜ਼ ਨਹੀਂ ਹੁੰਦਾ, ਕੋਈ ਮਰਡਰ ਨਹੀਂ ਕਰ ਜਾਂਦਾ, ਕੋਈ ਅਫੀਮ ਖਾ ਕੇ ਕੋਈ ਬੰਦਾ ਮਰ ਨਹੀਂ ਜਾਂਦਾ। ਤਾਂ ਉਹਦਾ ਉਤਪਾਦਨ ਅਗਰ ਕੰਟਰੈਕਟ ਫਾਰਮਿੰਗ ਰਹੀ ਪੰਜਾਬ 'ਚ ਕੀਤਾ ਜਾਵੇ ਤਾਂ ਮਾੜਾ ਕੀ ਹੈ। ਅਗਰ ਮੈਡਮ ਨਵਜੋਤ ਸਿੰਘ ਸਿੱਧੂ ਦੀ ਵਾਈਫ ਨੇ ਉਸ ਦਾ ਸਮਰਥਨ ਕੀਤਾ ਵੀ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ, ਤਾਂ ਉਹ ਤੋਂ ਮਾੜੀ ਗੱਲ ਕੀ ਹੈ? ਅੱਜ ਤਾਂ ਮੈਡਮ ਇਹ ਵੀ ਕਹਿ ਰਹੀ ਹੈ ਵੀ ਜਿਹੜੇ ਬਿੱਲ ਨੇ ਬੜੇ ਚੰਗੇ ਨੇ,
ਤੁਸੀਂ ਦੇਖੋ ਨਾ ਰਾਜਨੀਤੀ ਦੇ ਉਥਲ ਪੁਥਲ ਹੈ ਵੀ ਬਿੱਲ ਬੜੇ ਚੰਗੇ ਨੇ ਪਰ ਸਮਝਾਉਣ ਦੀ ਲੋੜ ਸੀਗੀ, ਤਿਆਰੀ ਕਰਨ ਦੀ ਲੋੜ ਸੀ। ਦੇਖੋ ਮੈਂ ਫਿਰ ਕਹਿ ਰਿਹਾ, ਇੱਕ ਰਾਜਨੀਤੀ ਦਾ ਖਾੜਾ ਫਕਿਆ ਹੋਇਆ ਪੰਜਾਬ ਦੇ ਵਿੱਚ। 2022 ਦੇ ਵਿੱਚ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਚੁਣਾਵ ਹੋਣ ਜਾ ਰਹੇ ਨੇ। ਸਰਕਾਰ ਕਿਸ ਕੀ ਹੋਗੀ ਉਹ ਸਿਰਫ ਰਾਜੀਵ ਜੀ ਪਹਿਲਾਂ ਮੇਰੇ ਸੁਣੋ 2000 ਜਦੋਂ 17 ਦੇ ਵਿੱਚ ਕੈਪਟਨ ਸਰਕਾਰ ਆਈ ਸੀ, ਅਫੀਮ ਨਸ਼ੇ ਦੇ ਮੁੱਦੇ ਦੇ ਉੱਤੇ ਆਈ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਕੀਤਾ ਜਾਏਗਾ। 8 ਮਹੀਨੇ ਬਾਅਦ ਫਿਰ ਪੰਜਾਬ ਦੇ ਵਿੱਚ ਇਲੈਕਸ਼ਨ ਹੈ, ਫਿਰ ਤੁਸੀਂ ਔਰ ਜਿਵੇਂ ਨਸ਼ਾ ਬੰਦ ਹੋ ਗਿਆ, ਹਰ ਰਾਜਨੀਤਿਕ ਪਾਰਟੀ ਫਿਰ ਨਸ਼ੇ ਦੇ ਮੁੱਦੇ ਨੂੰ ਛੇੜ ਕੇ ਬੈਠ ਗਈ। 4 ਸਾਲ ਨਸ਼ਾ ਕਿਉਂ ਨਹੀਂ ਯਾਦ ਆਇਆ ਤੁਹਾਨੂੰ? ਨਸ਼ਾ ਬੰਦ ਹੋ ਗਿਆ। ਤੁਸੀਂ ਵੀ ਪਿਛਲੇ 2 ਮਹੀਨੇ ਤੋਂ ਨਸ਼ੇ ਦੀ ਗੱਲ ਕਰ ਰਹੇ ਹੋ, ਪਹਿਲੇ ਕਿਉਂ ਨਹੀਂ ਯਾਦ ਆਇਆ ਤੁਹਾਨੂੰ? ਮੈਂ ਨਸ਼ੇ ਦੀ ਗੱਲ ਹੀ ਨਹੀਂ ਕਰ ਰਿਹਾ, ਤੁਸੀਂ ਅਫੀਮ ਦੀ ਖੇਤੀ ਦੀ ਗੱਲ ਕਰ ਰਹੇ ਹੋ, 2 ਮਹੀਨੇ ਤੋਂ ਕਰ ਰਹੇ ਹੋ, ਪਹਿਲੇ ਕਿਉਂ ਨਹੀਂ ਕੀਤੀ? ਭਾਈ ਸਾਹਿਬ ਤੁਸੀਂ ਗੱਲ ਸੁਣੋ ਮੇਰੀ ਗੱਲ। ਤੁਸੀਂ ਨਸ਼ੇ ਦੀ ਗੱਲ ਕਰ ਰਹੇ ਹੋ, ਮੈਂ ਨਸ਼ੇ ਦੀ ਗੱਲ ਨਹੀਂ ਕਰ ਰਿਹਾ, ਮੈਂ ਤਾਂ ਅਫੀਮ ਦੀ ਗੱਲ ਕਰ ਰਿਹਾ। ਅਫੀਮ ਦੀ ਉਹੀ ਮੈਂ ਗੱਲ ਕਰ ਰਿਹਾ। ਤੁਸੀਂ 2 ਮਹੀਨੇ ਤੋਂ ਕਿਉਂ ਕਰ ਰਹੇ ਹੋ? ਪਹਿਲੇ ਕਿਉਂ ਨਹੀਂ ਕੀਤੀ 4 ਸਾਲ ਪਹਿਲਾਂ? ਇਲੈਕਸ਼ਨ ਨਜ਼ਦੀਕ ਆ ਗਏ, ਤੁਸੀਂ ਕਿਤੇ ਨਾ ਕਿਤੇ ਰਾਜਨੀਤਿਕ ਪਾਰਟੀ ਨੂੰ ਫਾਇਦਾ ਦੇਣਾ ਚਾਹੁੰਦੇ ਹੋ। ਨਹੀਂ, ਮੈਂ ਵੀ ਉਸ ਵੇਲੇ ਗੱਲ ਕਰ ਰਿਹਾ। ਕਿਸਾਨ ਦੀ ਮੈਂ ਜਦੋਂ ਗੱਲ ਸੁਣੀ, ਅਸੀਂ ਗੱਲਾਂ ਸੁਣੀਆਂ ਵੀ ਕਿਸਾਨ ਕਰਜ਼ ਹੇਠ ਮਰ ਰਿਹਾ, ਕਿਸਾਨ ਨੂੰ ਉਤਪਾਦਨ ਘੱਟ ਹੈ, ਕਿਸਾਨ ਨੂੰ ਕਮਾਈ ਘੱਟ ਹੈ। ਮੇਰੇ ਤਾਂ ਮਨ ਚ ਆਇਆ ਵੀ ਕਿਸਾਨ ਦੀ ਕਮਾਈ ਕਿੱਦਾਂ ਵੱਧ ਸਕਦੀ ਹੈ। ਮੈਨੂੰ ਜੋ ਸਿੱਧਾ ਤਰੀਕਾ ਲੱਗਿਆ, ਮੈਨੂੰ ਤਾਂ ਇਹੀ ਲੱਗਿਆ ਵੀ ਰਾਜਸਥਾਨ ਦੀ ਤਰਜ਼ ਉੱਤੇ ਪੰਜਾਬ ਦੇ ਕਿਸਾਨਾਂ ਨੂੰ ਅਫੀਮ ਦੀ ਖੇਤੀ ਦਾ ਉਤਪਾਦਨ ਕਰਨਾ ਚਾਹੀਦਾ, ਉਹਦੀ ਪਰਮਿਸ਼ਨ ਮਿਲਣੀ ਚਾਹੀਦੀ ਹੈ। ਰਾਜੀਵ ਜੀ ਤੁਸੀਂ ਗੱਲ ਕਰਦੇ ਹੋ ਕਿਸਾਨਾਂ ਦੀ ਆਏ ਦੁੱਗਣੀ ਹੋਈ ਵੇ। ਕੁਝ ਸਮੇਂ ਪਹਿਲਾਂ ਤੁਸੀਂ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਕਿਸਾਨ ਜਿਹੜੇ ਨੇ ਦਿੱਲੀ ਦੇ ਬਾਰਡਰ ਦੇ ਉੱਤੇ ਬੈਠੇ ਨੇ, ਉਹਨਾਂ ਕਰਕੇ ਵਪਾਰੀਆਂ ਦਾ ਜਿਹੜਾ ਕੰਮ ਖਰਾਬ ਹੋ ਰਿਹਾ। ਤੁਸੀਂ ਕਿਸਾਨਾਂ ਨੂੰ ਸਲਾਹ ਦੇ ਰਹੇ ਹੋ ਕਿ ਖੇਤੀ ਉਹ ਅਫੀਮ ਦੀ ਕਰ ਲੈਣ, ਤੁਸੀਂ ਕਿਉਂ ਨਹੀਂ ਕਰ ਲੈਂਦੇ? ਮੈਂ ਤਾਂ ਬਿਲਕੁਲ ਕਹਿ ਰਿਹਾ, ਕਿਸਾਨ ਜਦੋਂ ਪੂਰੇ ਦੁਨੀਆ ਦੇ ਵਿੱਚ ਕਰੋਨਾ ਦਾ ਕਹਿਰ ਵਰਪਿਆ, ਭਾਰਤ ਸਰਕਾਰ ਨੇ ਵੀ ਪੰਜਾਬ ਸਰਕਾਰ ਨੇ ਵੀ ਸਾਡੀ ਦੁਕਾਨਾਂ ਫੈਕਟਰੀਆਂ ਸਭ ਕੁਝ ਬੰਦ ਕਰਾਇਆ, ਸਾਨੂੰ ਉਹਦੇ ਨਾਲ ਆਰਥਿਕ ਨੁਕਸਾਨ ਹੋਇਆ। ਉਸ ਤੋਂ ਬਾਅਦ ਜਦੋਂ ਕਰੋਨਾ ਤੋਂ ਕਹਿਰ ਖਤਮ ਹੋਣ ਤੋਂ ਬਾਅਦ ਥੋੜਾ ਸਾਡਾ ਵਪਾਰ ਚੱਲਿਆ ਸੀ। ਉਸ ਤੋਂ ਬਾਅਦ ਕਿਸਾਨਾਂ ਨੇ ਨਹੀਂ, ਮੈਂ ਕਹਾਂਗਾ ਕਾਮਰੇਡਾਂ ਨੇ ਆਪਣੀ ਨਿੱਜੀ ਮਨਸ਼ਾ ਨੂੰ ਲੈ ਕੇ ਰੇਲਾਂ ਰੋਕਣੀਆਂ ਸ਼ੁਰੂ ਕਰ ਦਿੱਤੀਆਂ, ਹਾਈਵੇ ਜਾਮ ਕਰਨੇ ਸ਼ੁਰੂ ਕਰ ਦਿੱਤੇ, ਜਿਹਦੇ ਨਾਲ ਸਾਡੇ ਵਪਾਰ ਨੂੰ ਬੜਾ ਨੁਕਸਾਨ ਹੋਇਆ। ਬਾਹਰੋਂ ਜਿਹੜਾ ਵਪਾਰੀ ਦਿੱਲੀੋਂ ਤੋਂ ਪਰਲੇ ਪਾਸੋਂ ਦੀ ਪੰਜਾਬ ਚ ਆਉਣਾ ਸੀ, ਉਹ ਪੰਜਾਬ ਚ ਆਉਣ ਤੋਂ ਡਰਨ ਲੱਗ ਗਿਆ। ਸਾਡੇ ਵਪਾਰ ਨੂੰ ਸਿੱਧਾ ਉਹਦਾ ਅਸਰ ਹੋਇਆ। ਸਿੱਧੀ ਗੱਲ। ਫਿਰ ਤੁਸੀਂ ਉਹਨਾਂ ਨੂੰ ਸਲਾਹ ਜਿਹੜੀ ਅਫੀਮ ਖੇਤੀ ਕਰਨ ਦੀ ਦੇ ਰਹੇ ਹੋ, ਤੁਸੀਂ ਕਿਉਂ ਨਹੀਂ ਕਰਦੇ? ਮੈਨੂੰ ਮੇਰੇ ਸਵਾਲ ਦਾ ਜਵਾਬ ਤਾਂ ਦੇ ਦਿਓ ਨਾ। ਮੇਰਾ ਇੱਕ ਪੇਸ਼ਾ ਵਪਾਰ ਦਾ, ਮੇਰਾ ਹੋਜੀ ਦਾ ਕੰਮ ਹੈ, ਕਿਸਾਨ ਦਾ ਕੰਮ ਹੈ, ਖੇਤੀ ਦਾ ਕੰਮ ਹੈ। ਜਿਹਦਾ ਮੈਂ ਤਾਂ ਇੱਕ ਗੱਲ ਕਰ ਸਕਦਾ ਨਾ, ਮੈਂ ਇਹਨਾਂ ਨੂੰ ਕਹਿ ਸਕਦਾ ਵੀ ਅਗਰ ਤੁਸੀਂ ਉਤਪਾਦਨ ਕਰ, ਮੇਰੀ ਇੱਕ ਸਲਾਹ ਹੈ, ਮੈਂ ਇੱਕ ਛੋਟਾ ਜਿਹਾ ਨਾਦਾਨ ਜਿਹਾ ਬੱਚਾ, ਮੈਂ ਕੀ ਗੱਲ ਕਰਦਾ, ਮੈਂ ਤਾਂ ਇੱਕ ਗੱਲ ਕਹਿ ਸਕਦਾ। ਅਗਰ ਮੈਂ ਇੱਕ ਸ਼ਾਇਦ ਯਾਦ ਦਿਲਾਦਾ, ਪਿਛਲੇ ਇੰਟਰਵਿਊ ਦੇ ਵਿੱਚ ਤੁਸੀਂ ਕਿਹਾ ਸੀਗਾ ਕਿ ਮੈਂ ਖੇਤੀ ਕਰਨ ਨੂੰ ਵੀ ਤਿਆਰ ਹਾਂ, ਖੇਤੀ ਕਰਨ ਨੂੰ ਵੀ ਮੈਂ ਤਿਆਰ ਹਾਂ, ਤੇ ਤੁਸੀਂ ਅੱਜ ਜਿਹੜੀ ਉਧਰ ਸਲਾਹ ਦੇ ਰਹੇ ਹੋ, ਆਪ ਕਿਉਂ ਨਹੀਂ ਕਰਦੇ ਅਫੀਮ ਦੀ ਖੇਤੀ? ਸਰਕਾਰ ਤੋਂ ਮੈਨੂੰ ਪਰਮਿਸ਼ਨ ਲੈ ਦਿਓ, ਮੈਂ ਪੰਜਾਬ 'ਚ ਅਫੀਮ ਦੀ ਖੇਤੀ ਕਰਨ ਨੂੰ ਤਿਆਰ ਹਾਂ ਜੀ। ਪੰਜਾਬ ਸਰਕਾਰ, ਕੇਂਦਰ ਸਰਕਾਰ ਸਾਨੂੰ ਪਰਮਿਸ਼ਨ ਦੇਵੇ ਵੀ ਅਸੀਂ ਰਾਜਸਥਾਨ ਦੀ ਤਰਜ਼ ਦੇ ਉੱਤੇ ਤੁਸੀਂ ਅਫੀਮ ਦੀ ਖੇਤੀ ਕਰ ਸਕਦੇ ਹੋ, ਮੈਂ ਠੇਕੇ ਤੇ ਜ਼ਮੀਨ ਲੈ ਕੇ ਪੰਜਾਬ 'ਚ ਅਫੀਮ ਦੀ ਖੇਤੀ ਕਰਨ ਨੂੰ ਤਿਆਰ ਹਾਂ। ਰਾਜੀਵ ਜੀ ਇੱਕ ਮੇਰਾ ਸਵਾਲ ਕਿ ਤੁਸੀਂ ਅਫੀਮ ਨੂੰ ਨਸ਼ਾ ਮੰਨਦੇ ਹੋ ਜਾਂ ਨਹੀਂ ਮੰਨਦੇ? ਜੇ ਨਹੀਂ ਮੰਨਦੇ ਤੇ ਫਿਰ ਪੁਲਿਸ ਪਰਚੇ ਕਿਉਂ ਦਰਜ ਕਰ ਰਹੀ ਹੈ ਲਗਾਤਾਰ? ਚਲੋ ਮੇਰਾ ਵੀ ਇੱਕ ਸਵਾਲ ਹੈ ਤੁਹਾਨੂੰ ਸਾਰਿਆਂ ਨੂੰ, ਪੰਜਾਬ ਦੀ ਸਰਕਾਰ ਨੂੰ ਵੀ, ਕੇਂਦਰ ਦੀ ਸਰਕਾਰ ਨੂੰ ਵੀ, ਜਨਤਾ ਦੇ ਵਿੱਚ ਵੀ ਮੈਂ ਇਸ ਮੁੱਦਾ ਲੈ ਕੇ ਜਾਣਾ ਚਾਹੂੰਗਾ ਹੁਣ ਥੋੜੀ ਦੇਰ 2 ਦਿਨ ਤੱਕ। ਅਗਰ ਅਫੀਮ ਨਸ਼ਾ ਤਾਂ ਸਿਵਲ ਹਸਪਤਾਲ ਦੇ ਵਿੱਚ ਲੋਕਾਂ ਦੇ ਕੋਟੇ ਕਿਉਂ ਲੱਗਦੇ ਸੀ ਅਫੀਮ ਦੇ? ਅਗਰ ਅਫੀਮ ਨਸ਼ਾ ਹੈ ਤਾਂ ਸਰਕਾਰ ਦੁਆਰਾ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਲੋਕਾਂ ਨੂੰ ਕੋਟੇ ਕਿਉਂ ਲਾਏ ਜਾਂਦੇ ਸੀ ਜਿਹੜੇ ਅਫੀਮ ਦੇ ਆਦੀ ਸੀਗੇ? ਮੈਨੂੰ ਸਿਰਫ ਜਵਾਬ ਦਿੱਤਾ ਜਾਣਾ ਚਾਹੀਦਾ, ਨਸ਼ਾ ਤੇ ਸਰਕਾਰ ਨਸ਼ਾ ਵੰਡਦੀ ਸੀ। ਪਰ ਮੇਰਾ ਮੰਨਣਾ ਹੈ ਬਿਲਕੁਲ ਸਰਕਾਰ ਦਵਾਈ ਦੇ ਤੌਰ ਦੇ ਉੱਤੇ ਲੋਕਾਂ ਨੂੰ ਅਫੀਮ ਦੇ ਕੋਟੇ ਦਿੰਦੀ ਸੀ। ਮੈਂ ਫਿਰ ਡਿਮਾਂਡ ਕਰ ਰਿਹਾ ਸਰਕਾਰ ਨੂੰ, ਤੁਹਾਡੇ ਰਾਹੀਂ ਮਾਧਿਅਮ ਦੇ ਚੈਨਲ ਦੇ ਰਾਹੀਂ, ਵੀ ਪੰਜਾਬ ਦੇ ਕਿਸਾਨਾਂ ਨੂੰ ਰਾਜਸਥਾਨ ਦੀ ਤਰਜ਼ ਦੇ ਉੱਤੇ ਅਫੀਮ ਦੀ ਖੇਤੀ ਕਰਨ ਦਾ ਅਨੁਮਤੀ ਮਿਲਣੀ ਚਾਹੀਦੀ ਹੈ। ਤੁਸੀਂ ਗੱਲ ਕੀਤੀ ਹੁਣ ਨਸ਼ੇ ਦੀ ਵੀ, ਸਰਕਾਰ ਨੇ ਕੋਟੇ ਕਿਉਂ ਲਗਾਏ? ਤੁਹਾਡਾ ਇਹ ਅੰਦੋਲਨ ਤੁਸੀਂ ਕੀਤਾ, ਗੱਲ ਕੀਤੀ ਹੈ ਕਿ ਅੰਦੋਲਨ ਅਸੀਂ ਛੇੜਾਂਗੇ, ਇਹ ਅੰਦੋਲਨ ਸਿਰਫ ਕੈਮਰੇ ਤੇ ਰਹਿ ਜਾਏਗਾ ਜਾਂ ਅੱਗੇ ਵੀ ਤੁਸੀਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਉਹਨਾਂ ਨੂੰ ਮਿਲੋਗੇ ਅਫੀਮ ਦੀ ਖੇਤੀ ਵਾਸਤੇ? ਕੋਈ ਵੀ ਗੱਲ ਅਗਰ ਸ਼ੁਰੂ ਹੁੰਦੀ ਹੈ ਤਾਂ ਉਹਦਾ ਪਹਿਲਾਂ ਮੋਟਾ ਚਿੰਗਾਰੀ ਨਿਕਲਦੀ ਹੁੰਦੀ ਹੈ। ਅਗਰ ਅਸੀਂ 2-4 ਮਹੀਨੇ ਪਹਿਲਾਂ ਅਗਰ ਇਸ ਇਸ਼ੂ ਨੂੰ ਹਵਾ ਦਿੱਤੀ ਹੈ ਵੀ ਪੰਜਾਬ ਦੇ ਕਿਸਾਨਾਂ ਨੂੰ, ਜੋ ਕਿਸਾਨ ਲੀਡਰ ਨੇ ਜਿਹੜੇ ਅੰਦੋਲਨ ਕਰ ਰਹੇ ਨੇ, 3 ਬਿੱਲਾਂ ਨੂੰ ਰੱਦ ਕਰਨ ਦੀ ਗੱਲ ਕਰ ਰਹੇ ਨੇ, ਜਿਨ੍ਹਾਂ ਤਾਮਝਾਮ ਤਨ ਮਨ ਧਨ ਪੈਸਾ ਉਹਨਾਂ ਲੋਕਾਂ ਨੇ ਇਸ ਅੰਦੋਲਨ ਦੇ ਬਿੱਲਾਂ ਨੂੰ ਰੱਦ ਕਰਾਉਣ ਲਈ ਲਾਇਆ, ਅਗਰ ਇੰਨਾ ਪੈਸਾ ਤਾਮਝਾਮ ਉਹਨਾਂ ਲੋਕਾਂ ਨੇ ਕਿਸਾਨਾਂ ਦੀ ਬਿਹਤਰੀ ਦੇ ਲਈ, ਕਿਸਾਨਾਂ ਦੀ ਆਏ ਦੁੱਗਣੀ ਕਰਨ ਵਾਸਤੇ ਲਾਇਆ ਹੁੰਦਾ ਤਾਂ ਅੰਦੋਲਨ ਨੂੰ ਅੱਜ ਸਫਲ ਮੰਨਿਆ ਜਾਣਾ ਸੀਗਾ। ਇੱਕੋ ਇੱਕ ਗੱਲ ਕਰਨੀ ਚਾਹੀਦੀ ਸੀ ਕਿਸਾਨ ਲੀਡਰਾਂ ਨੂੰ। ਮੈਂ ਫੇਰ ਕਹਿਣਾ ਮੂੰਹ ਤੇ, ਜਿੰਨੇ ਵੀ ਕਿਸਾਨ ਲੀਡਰ ਨੇ ਬਿਲਕੁਲ ਮੂਰਖ ਨੇ। ਇਹਨਾਂ ਚੋਂ ਇੱਕ ਵੀ ਲੀਡਰ ਸਮਝਦਾਰ ਹੁੰਦਾ ਤਾਂ ਉਹ ਗੱਲ ਕਰਦਾ ਵੀ ਸਾਨੂੰ ਵੀ, ਜਿਹੜੇ ਸਾਡੇ ਕਿਸਾਨ ਨੇ, ਇਹਨਾਂ ਨੂੰ ਵੀ ਰਾਜਸਥਾਨ ਦੀ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਕਰਨ ਦਾ ਮੌਕਾ ਮਿਲਣਾ ਚਾਹੀਦਾ। ਅਸੀਂ ਲੋਕਾਂ ਨੇ ਗੱਲ ਸ਼ੁਰੂਆਤ ਕੀਤੀ ਤਾਂ
ਕੁਝ ਲੋਕ ਬੋਲੇ ਸ਼ੁਰੂ ਹੋਏ, ਚਾਹੇ ਨਵਜੋਤ ਸਿੰਘ ਸਿੱਧੂ ਦੀ ਵਾਈਫ ਹੈ ਜਾਂ ਕੁਝ ਹੋਰ ਲੋਕਾਂ ਨੇ ਵੀ ਧਰਨੇ ਪ੍ਰਦਰਸ਼ਨ ਇਸ ਗੱਲ ਤੇ ਸ਼ੁਰੂ ਕੀਤੇ ਤੇ ਸ਼ਿਵ ਸੈਨਾ ਪੰਜਾਬ ਵੀ ਆਉਣ ਵਾਲੇ ਦਿਨਾਂ ਵਿੱਚ ਇਸ ਗੱਲ ਨੂੰ ਮੁੱਦਾ ਬਣਾਏਗੀ, ਕਿਸਾਨਾਂ ਦੇ ਵਿੱਚ ਜਾਏਗੀ ਤੇ ਗੱਲ ਕਰੇਗੀ ਵੀ ਆਓ ਮਿਲ ਕੇ ਇਸ ਲੜਾਈ ਨੂੰ ਅਸੀਂ ਅੰਜਾਮ ਤੱਕ ਪਹੁੰਚਾਈਏ। ਵੀ ਕਿਉਂ ਨਾ ਰਾਜਸਥਾਨ ਦੇ ਵਿੱਚ ਅਗਰ ਇਜਾਜ਼ਤ ਮਿਲ ਸਕਦੀ ਤਾਂ ਪੰਜਾਬ ਦੇ ਵਿੱਚ ਕਿਉਂ ਨਹੀਂ? ਜਾਂ ਰਾਜਸਥਾਨ 'ਚ ਰਹਿਣ ਵਾਲੇ ਇਨਸਾਨ ਹੋਰ ਤਰ੍ਹਾਂ ਦੇ ਨੇ ਜਾਂ ਪੰਜਾਬ 'ਚ ਰਹਿਣ ਵਾਲੇ ਇਨਸਾਨ ਹੋਰ ਤਰ੍ਹਾਂ ਦੇ ਨੇ? ਬਿਲਕੁਲ ਸਾਡੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਬਿਲਕੁਲ ਹੱਥ ਜੋੜ ਕੇ ਸਾਡੀ ਬੇਨਤੀ ਹੈ ਵੀ ਪੰਜਾਬ ਦੇ ਵਿੱਚ ਵੀ ਰਾਜਸਥਾਨ ਦੀ ਤਰਜ਼ ਦੇ ਉੱਤੇ ਅਫੀਮ ਦੀ ਖੇਤੀ ਕਰਨ ਦਾ ਮੌਕਾ ਮਿਲਣਾ ਚਾਹੀਦਾ, ਅਨੁਮਤੀ ਮਿਲਣੀ ਚਾਹੀਦੀ ਹੈ। ਜੈਕਾਰਾ ਵੀਰ ਬਜਰੰਗੇ ਹਰ ਹਰ ਸੋ ਇਹ ਸੀਗੇ ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਚੇਅਰਮੈਨ ਰਾਜੀਵ ਟੰਡਨ ਜੀ, ਜਿਨ੍ਹਾਂ ਨੇ ਅੱਜ ਅਫੀਮ ਦੀ ਖੇਤੀ ਵਾਸਤੇ ਜਿਹੜਾ ਸਮਰਥਨ ਕੀਤਾ ਔਰ ਕੇਂਦਰ ਦੀ ਸਰਕਾਰ ਦੇ ਨਾਲ ਨਾਲ ਪੰਜਾਬ ਦੀ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਰਾਜਸਥਾਨ ਦੀ ਤਰਜ਼ ਤੇ ਪੰਜਾਬ ਦੇ ਕਿਸਾਨਾਂ ਨੂੰ ਵੀ ਜਿਹੜਾ ਅਫੀਮ ਦੀ ਖੇਤੀ ਕਰਨ ਦਾ ਮੌਕਾ ਦਿੱਤਾ ਜਾਵੇ। ਕੈਮਰਾਮੈਨ ਮਨੀਸ਼ ਦੇ ਨਾਲ ਵਿਕਾਸ ਮਲਹੋਤਰਾ, ਦਾ ਸਿਟੀ ਹੈਡਲਾਈਨਸ।